ਵਾਹਿਗੁਰੂ ਸਾਹਿਬ ਜੀ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹੁ ਲੋਇ। ਅਮਰ ਪਦਾਰਥ ਨਾਨਕਾ, ਮਨ ਮਾਨਿਐ ਸੁਖ ਹੋਇ। ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ, ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੇ ਹਉ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਧੁਰੇ ਪਿਆ ਸੰਜੋਗ। ਕਿਆ ਹਮ ਕਥਹਿ ਕਿਛ ਕਥ ਨਹੀਂ ਜਾਣਹਿ, ਪ੍ਰਭ ਭਾਵੈ ਤਿਵੈ ਬੋਲਾਨ। ਸਾਧ ਸੰਗਤ ਕੀ ਧੂਰ ਇਕ ਮੰਗਉ, ਜਨ ਨਾਨਕ ਪਇਓ ਸਰਾਨ। ਵਾਹਿਗੁਰੂ ਸਾਹਿਬ ਜੀ। ਮੰਗਰ ਮਾਹਿ ਸੁਹੰਦੀਆ, ਹਰ ਪਿਰ ਸੰਗ ਬੈਠੜਿਆ। ਤਿਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜਿਆ। ਮੰਗਰ ਮਾਹਿ ਸੁਹੰਦੀਆ, ਹਰ ਪਿਰ ਸੰਗ ਬੈਠੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ, ਪਰਮ ਸਤਿਕਾਰਯੋਗ ਸਾਧ ਸੰਗਤ ਜੀਓ। ਗੁਰੂ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਭਾਗਾਂ ਭਰਿਆ ਸਮਾਂ ਵਡਭਾਗੀ ਸੰਗਤਾਂ ਨੂੰ ਗੁਰੂ ਕੀ ਕਿਰਪਾ ਸਦਕਾ ਪ੍ਰਾਪਤ ਹੋ ਰਿਹਾ ਹੈ। ਅੱਜ ਕੱਤਕ ਸੁਦੀ ਪੰਚਮੀ ਦਾ ਉਹ ਅਤਿਅੰਤ ਵੈਰਾਗਮਈ ਦਿਹਾੜਾ ਹੈ, ਜਿਸ ਦਿਨ 1765 ਬਿਕਰਮੀ ਨੂੰ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ। ਸੰਗਤਾਂ ਜਾਣਦੀਆਂ ਹਨ, ਪੋਹ ਸੁਦੀ ਸਪਤਮੀ ਸੰਮਤ 1723 ਬਿਕਰਮੀ ਨੂੰ ਪਟਨਾ ਸਾਹਿਬ ਵਿਖੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਗੁਜਰੀ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਦਸਮ ਪਿਤਾ ਜੀ ਨੇ ਅਵਤਾਰ ਧਾਰਨ ਕੀਤਾ। ਤਕਰੀਬਨ 5 ਸਾਲ ਦੀ ਅਵਸਥਾ ਤੱਕ ਪਟਨਾ ਸਾਹਿਬ ਵਿਖੇ ਰਹੇ। ਉਪਰੰਤ ਪਰਿਵਾਰ ਮਾਤਾ ਜੀ ਔਰ ਮਾਮਾ ਜੀ ਹੋਰ ਗੁਰਸਿੱਖਾਂ ਸਮੇਤ ਆਨੰਦਪੁਰ ਸਾਹਿਬ ਵਿਖੇ ਆਏ, ਜੋ ਸੰਸਾਰ ਤੇ ਆਪਣੇ ਆਉਣ ਦਾ ਪ੍ਰਕਾਸ਼ਮਾਨ ਹੋਣ ਦਾ ਮਕਸਦ ਖੁਦ ਆਪਣੀ ਪਾਵਨ ਬਾਣੀ ਵਿੱਚ ਆਪ ਜੀ ਨੇ ਫਰਮਾਨ ਕੀਤਾ ਹੈ। ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲੈ ਹੋ ਸਾਧੂ ਸਭ ਮਨਮੰ।
ਇਸ ਕਾਰਜ ਵਾਸਤੇ 9 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਪ੍ਰਸੰਨਤਾ ਦੇ ਨਾਲ ਧਰਮ ਦੇ ਵਾਸਤੇ ਸ਼ਹੀਦ ਹੋਣ ਲਈ, ਕੁਰਬਾਨੀ ਦੇਣ ਲਈ ਬੇਨਤੀ ਕੀਤੀ ਸੀ। ਔਰ ਇੱਥੇ ਦਿੱਲੀ ਵਿਖੇ ਆ ਕੇ ਸਤਿਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਔਰ ਸੰਸਾਰ ਦੇ ਕੁੱਲ ਧਰਮਾਂ ਨੂੰ ਆਪਣੀ ਧਾਰਮਿਕ ਆਜ਼ਾਦੀ ਮੁਤਾਬਕ ਜਿਉਣ ਦਾ ਹੱਕ ਦੇ ਗਏ। ਸ੍ਰੀ ਅਨੰਦਪੁਰ ਸਾਹਿਬ ਵਿਖੇ ਕਲਗੀਧਰ ਪਾਤਸ਼ਾਹ ਜੀ ਦਾ ਆਪਣੇ ਦਾਦਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਦ ਚਿੰਨ੍ਹਾਂ ਤੇ ਚੱਲਦਿਆਂ ਹੋਇਆਂ ਜੰਗੀ ਅਭਿਆਸਾਂ ਦੇ ਵਿੱਚ ਰੁੱਝਣਾ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ ਦੇ ਵਾਸਤੇ ਆਪਣੇ ਅਦੁੱਤੀ ਜੀਵਨ ਦੀਆਂ ਕੁੱਲ 14 ਜੰਗਾਂ, ਇਹਨਾਂ ਦੌਰਾਨ ਹੋਰ ਅਨੇਕਾਂ ਕੌਤਕ, ਖਾਲਸਾ ਪੰਥ ਦੀ ਸਿਰਜਣਾ ਔਰ ਫਿਰ ਸਮਾਂ ਆਉਣ ਤੋਂ ਧਰਮ ਦੇ ਵਾਸਤੇ ਆਪਣਾ ਸਰਬੰਸ ਕੌਮ ਦੇ ਲੇਖੇ ਲਾਉਣਾ, ਇਹ ਕਲਗੀਧਰ ਪਿਤਾ ਜੀ ਦੀ ਮਹਾਨ ਵਡਿਆਈ ਹੈ। ਕਟਵਾ ਕੇ ਪਿਸਰ 4 ਆਂਸੂ ਇੱਕ ਨਾ ਗਿਰਾਇਆ, ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓਂ ਕਾ ਬੜਾਇਆ। ਸਰਬੰਸ ਕੁਰਬਾਨ ਕਰਨ ਉਪਰੰਤ ਬਚਪਨ ਦੀ ਉਮਰ ਵਿੱਚ ਪਿਤਾ ਜੀ ਨੂੰ ਧਰਮ ਵਾਸਤੇ ਵਾਰਿਆ ਸੀ ਔਰ ਭਰ ਜੋਬਨ ਅਵਸਥਾ ਵਿੱਚ ਚਾਰੇ ਪੁੱਤਰਾਂ ਨੂੰ, ਮਾਤਾ ਜੀ ਨੂੰ ਵੀ ਧਰਮ ਵਾਸਤੇ ਕੁਰਬਾਨ ਕੀਤਾ। ਮਾਮਾ ਜੀ ਦਾ ਪਰਿਵਾਰ, ਭੂਆ ਜੀ ਦਾ ਪਰਿਵਾਰ, ਸਭ ਕੌਮ ਲੇਖੇ ਲਾਇਆ। ਆਪ ਤਖਤਾਂ ਦੇ ਵਾਲੀ ਹੋ ਕੇ ਧਰਮ ਦੇ ਵਾਸਤੇ ਹੀ, ਸਾਨੂੰ ਸੁਖ ਪਹੁੰਚਾਉਣ ਵਾਸਤੇ ਹੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆਪ ਜੀ ਰੋੜਾਂ ਦੀ ਸਿਹਜਾ ਤੇ ਬਿਰਾਜਮਾਨ ਹੋਏ। ਧਰਮ ਦਾ ਮਾਰਗ ਸੰਸਾਰ ਦੇ ਲੋਕਾਂ ਨੂੰ ਦ੍ਰਿੜ ਕਰਵਾਇਆ। ਧਰਮ ਦੇ ਨਾਮ ਹੇਠ ਹੀ ਜੋ ਕੁਰੀਤੀਆਂ ਪ੍ਰਚਲਿਤ ਸਨ, ਉਹਨਾਂ ਨੂੰ ਦੂਰ ਕਰਕੇ ਦੁਨੀਆ ਦੇ ਵਿੱਚ ਸਮਾਜਿਕ ਏਕਤਾ ਤੇ ਸਮਾਜਿਕ ਬਰਾਬਰਤਾ ਦਾ ਅਹਿਸਾਸ ਪੈਦਾ ਕੀਤਾ। ਸਭ ਵਰਨਾ ਮਜ਼ਹਬਾਂ ਨੂੰ ਮੇਟ ਕੇ ਖਾਲਸਾ ਸਾਜਿਆ, ਜੋ ਗੁਰੂ ਕਾ ਖਾਲਸਾ ਜਾਤਾਂ ਪਾਤਾਂ ਤੋਂ ਉੱਪਰ ਹੈ। ਜਦ ਕੋਈ ਸਤਿਗੁਰੂ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ, ਤਾਂ ਫਿਰ ਗੁਰੂ ਕੇ ਬਚਨਾਂ ਮੁਤਾਬਕ ਉਸ ਦੀ ਕਿਸੇ ਪ੍ਰਕਾਰ ਦੀ ਕੋਈ ਜਾਤ ਪਾਤ ਨਹੀਂ ਰਹਿ ਜਾਂਦੀ। ਉਹ ਕੇਵਲ ਗੁਰੂ ਕਾ ਖਾਲਸਾ ਹੋ ਕੇ ਸਤਿਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ। ਐਸੇ ਉੱਤਮ ਸਿਧਾਂਤ ਬਖਸ਼ਿਸ਼ ਕਰਦਿਆਂ ਹੋਇਆਂ, ਸਰਬੰਸ ਕੌਮ ਲੇਖੇ ਲਾਉਂਦਿਆਂ ਹੋਇਆਂ, ਮਾਛੀਵਾੜੇ ਤੋਂ ਭਾਈ ਗਨੀ ਖਾਨ ਨਬੀ ਖਾਨ ਨੂੰ ਸੇਵਾ ਬਖਸ਼ਿਸ਼ ਕਰਦਿਆਂ ਹੋਇਆਂ ਆਲਮਗੀਰ ਵਿਖੇ ਪਹੁੰਚਣਾ, ਭਾਈ ਨਗਾਹੀਆ ਸਿੰਘ ਜੀ ਨੇ ਘੋੜਾ ਭੇਟ ਕਰਨਾ, ਤਿਸ ਉੱਪਰ ਅਸਵਾਰ ਹੋ ਕੇ ਮਾਲਵੇ ਦੀ ਧਰਤੀ ਨੂੰ ਭਾਗ ਲਾਉਣੇ, ਖਿਦਰਾਣੇ ਦੀ ਢਾਬ ਤੇ ਪਹੁੰਚ ਕੇ ਭਾਈ ਮਹਾ ਸਿੰਘ ਜੀ ਦੀ ਟੁੱਟੀ ਗੰਢਣੀ, ਤਲਵੰਡੀ ਸਾਬੋ ਤੇ ਪਹੁੰਚ ਕੇ ਸਤਿਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਵਾਉਣੇ ਔਰ ਅਰਥ ਪੜ੍ਹਾਉਣੇ, ਗੁਰਬਾਣੀ ਦੇ ਸ਼ੁੱਧ ਪਾਠ ਦੀ ਸੰਥਿਆ। ਬਹੁਤ ਮਹਾਰਾਜ ਜੀ ਦੇ ਬੇਅੰਤ ਕੌਤਕ ਹਨ, ਜਿਨ੍ਹਾਂ ਦਾ ਆਪਾਂ ਉਮਰ ਭਰ ਵੀ ਵਰਣਨ ਕਰਦੇ ਰਹੀਏ ਤਾਂ ਵਰਣਨ ਪੂਰਾ ਹੋ ਨਹੀਂ ਸਕਦਾ। ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਧਰਤੀ ਤੋਂ ਹੀ ਦੱਖਣ ਵੱਲ ਨੂੰ ਚਾਲੇ ਪਾਏ ਸਨ। ਹਿੰਦੁਸਤਾਨ ਦੇ ਬਾਦਸ਼ਾਹ ਨਰੰਗੇ ਦੀ ਮੌਤ ਹੋਈ। ਉਸ ਦੇ ਪੁੱਤਰ ਸ਼ਹਜ਼ਾਦਾ ਮੁਅੱਜ਼ਮ ਨੇ ਤਖਤ ਦੀ ਪ੍ਰਾਪਤੀ ਲਈ ਮਦਦ ਮੰਗੀ, ਸਤਿਗੁਰਾਂ ਨੇ ਮਦਦ ਦਿੱਤੀ। ਗੁਰੂ ਕੀ ਮਦਦ ਨਾਲ ਮੁਅੱਜ਼ਮ ਹਿੰਦੁਸਤਾਨ ਦਾ ਬਾਦਸ਼ਾਹ ਬਣ ਕੇ ਬਹਾਦਰ ਸ਼ਾਹ ਦੇ ਰੂਪ ਵਿੱਚ ਰਾਜ ਕਰਨ ਲੱਗਾ ਹੈ। ਆਗਰੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਹਾਦਰ ਸ਼ਾਹ ਦੇ ਨਾਲ ਮਿਲਾਪ ਹੋਇਆ ਹੈ। ਆਗਰੇ ਤੋਂ ਕੁਝ ਸਮਾਂ ਵਾਸਤੇ ਇੱਥੇ ਦਿੱਲੀ ਵਿਖੇ ਵੀ ਹਜ਼ੂਰ ਪਧਾਰੇ ਹਨ। ਇੱਥੋਂ ਫਿਰ ਦੱਖਣ ਵੱਲ ਪਹੁੰਚ ਕੇ ਨਾਂਦੇੜ ਦੀ ਧਰਤੀ ਤੇ ਪਹੁੰਚ ਕੇ ਬੁਰਹਾਨਪੁਰ ਰਾਹੀਂ ਹੁੰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਵੀ ਅਨੇਕ ਪ੍ਰਕਾਰ ਦੇ ਕੌਤਕ ਕੀਤੇ ਹਨ।
ਮਾਧੋ ਦਾਸ ਬੈਰਾਗੀ ਨੂੰ ਉਹਦੇ ਮਨ ਵਿੱਚੋਂ ਵੈਰਾਗ ਕੱਢ ਕੇ, ਜੋਸ਼ ਭਰ ਕੇ, ਖਾਲਸਾ ਸਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਦੇ ਪੰਜਾਂ ਸਿੰਘਾਂ ਦੀ ਤਾਬਿਆ ਕਰ ਜ਼ਾਲਮ ਨੂੰ ਸਬਕ ਸਿਖਾਉਣ ਵਾਸਤੇ ਪੰਜਾਬ ਵੱਲ ਨੂੰ ਤੋਰਿਆ। ਔਰ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਂਦੇੜ ਵਿਖੇ ਰਹਿੰਦਿਆਂ ਹੋਇਆਂ ਗੁਰਮਤਿ ਦੇ ਪ੍ਰਵਾਹ ਚਲਾਏ ਹਨ। ਇੱਥੇ ਹੀ ਇੱਕ ਐਸਾ ਸਮਾਂ ਆਇਆ ਜਦੋਂ ਪੰਜਾਬ ਤੋਂ ਹੀ ਗਏ ਹੋਏ ਪਠਾਨ ਗੁਲ ਖਾਂ ਵਰਗੇ ਆਪ ਜੀ ਦੇ ਦਲ ਵਿੱਚ ਨਾਲ ਰਹਿੰਦੇ ਹਨ। ਕੌਣ ਹੈ ਗੁਲ ਖਾਂ? ਸਾਧ ਸੰਗਤ ਜੀ, ਛੇਵੇਂ ਪਾਤਸ਼ਾਹ ਜੀ ਦੇ ਰਹਿਮ ਤੇ ਪਾਲਣ ਵਾਲੇ ਪੈਂਦੇ ਖਾਨ ਸੈਨਾਪਤੀ, ਜਿਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਮਹਾਨ ਬਖਸ਼ਿਸ਼ਾਂ ਵੀ ਪ੍ਰਾਪਤ ਕੀਤੀਆਂ, ਪਰ ਗੁਰੂ ਕੀਆਂ ਬਖਸ਼ਿਸ਼ਾਂ ਤੋਂ ਨਾ ਸ਼ੁਕਰਾ ਹੁੰਦਿਆਂ ਹੋਇਆਂ ਸਤਿਗੁਰਾਂ ਦੇ ਨਾਲ ਹੀ ਨਿਮਕ ਹਰਾਮੀ ਕੀਤੀ ਔਰ ਫੌਜਾਂ ਚਾੜ ਕੇ ਸਤਿਗੁਰਾਂ ਤੇ ਲੈ ਕੇ ਆਇਆ ਸੀ। ਕਰਤਾਰਪੁਰ ਦੀ ਜੰਗ ਵਿੱਚ ਉਹ ਪੈਂਦੇ ਖਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੋਂ ਮਾਰਿਆ ਗਿਆ। ਉਸ ਦਾ ਪੁੱਤਰ ਸੈਂਦੇ ਖਾਨ ਹੋਇਆ ਤੇ ਸੈਂਦੇ ਖਾਨ ਦਾ ਪੁੱਤਰ ਅੱਗੇ ਇਹ ਗੁਲ ਖਾਨ ਹੈ। ਇਤਿਹਾਸ ਦੇ ਕੁਝ ਗ੍ਰੰਥਾਂ ਨੇ ਇਸ ਦੇ ਨਾਲ ਦੂਸਰਾ ਅਤਾਉੱਲਾ ਖਾਨ ਦਾ ਵੀ ਵਰਣਨ ਕੀਤਾ ਹੈ। ਇੱਕ ਇਸੇ ਪ੍ਰਕਾਰ ਜਮਸ਼ੇਦ ਖਾਨ ਨਾਮ ਵੀ ਇਤਿਹਾਸ ਵਿੱਚ ਆਉਂਦਾ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤਾਂ ਕੇਵਲ ਗੁਲ ਖਾਂ ਦਾ ਵਰਣਨ ਆਇਆ ਹੈ। ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਨਾਲ ਅਤਾਉੱਲਾ ਖਾਂ ਦਾ ਵਰਣਨ ਕੀਤਾ ਹੈ। ਤੇ ਇਹ ਵੀ ਕੁਝ ਇਤਿਹਾਸਕਾਰਾਂ ਦਾ ਖਿਆਲ ਹੈ ਕਿ ਸ਼ਾਇਦ ਗੁਲ ਖਾਂ ਦਾ ਹੀ ਦੂਸਰਾ ਨਾਮ ਜਮਸ਼ੇਦ ਖਾਨ ਹੈ ਔਰ ਉਸ ਦਾ ਦੂਸਰਾ ਭਾਈ ਅਤਾਉੱਲਾ ਖਾਨ ਹੈ। ਇਹਨਾਂ ਦੀ ਮਾਤਾ ਨੇ ਜਦੋਂ ਛੇਵੇਂ ਪਾਤਸ਼ਾਹ ਜੀ ਦੇ ਉਪਕਾਰ ਚਿਤਵੇ ਸਨ ਔਰ ਆਪਣੇ ਸਹੁਰੇ ਪੈਂਦੇ ਖਾਨ ਦੀ ਗਲਤੀ ਨੂੰ ਮਹਿਸੂਸ ਕੀਤਾ ਸੀ। ਪਤੀ ਸੈਦੇ ਖਾਨ ਬੱਚਿਆਂ ਦੇ ਛੋਟੇ ਹੁੰਦਿਆਂ ਹੀ ਚਲਾਣਾ ਕਰ ਗਿਆ ਸੀ, ਪਰ ਇਸ ਨੇ ਅਗਾਂਹ ਆਪਣੇ ਪੁੱਤਰਾਂ ਨੂੰ ਗੁਰੂ ਘਰ ਕੀ ਉਸਤਤ ਵਡਿਆਈ ਦੱਸ ਕੇ ਮਨ ਵਿੱਚ ਗੁਰੂ ਕਾ ਆਦਰ ਸਤਿਕਾਰ ਪੈਦਾ ਕੀਤਾ ਸੀ ਔਰ ਇਉਂ ਇਹਨਾਂ ਨੂੰ ਗੁਰੂ ਕੀ ਫੌਜ ਵਿੱਚ ਭਰਤੀ ਕੀਤਾ ਹੋਇਆ ਸੀ। ਉਧਰ ਜਦੋਂ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਗੁਰੂ ਕੀ ਕਿਰਪਾ ਨਾਲ ਇਹ ਬਾਦਸ਼ਾਹੀ ਮਿਲੀ ਹੈ, ਆਪਸੀ ਮਿਲਾਪ ਵੀ ਬਣਿਆ ਹੈ। ਇਤਿਹਾਸ ਵਿੱਚ ਵਰਣਨ ਆਉਂਦਾ ਹੈ ਕਿ ਜਦੋਂ ਸਤਿਗੁਰੂ ਜੀ ਨੇ ਦੀਨੇ ਕਾਂਗੜ ਦੀ ਧਰਤੀ ਤੋਂ ਜ਼ਫਰਨਾਮਾ ਔਰੰਗਜ਼ੇਬ ਨੂੰ ਭੇਜਿਆ ਸੀ, ਉਹ ਪੜ੍ਹਨ ਉਪਰੰਤ ਔਰੰਗਜ਼ੇਬ ਨੇ ਸਮੁੱਚੇ ਹਿੰਦੁਸਤਾਨ ਵਿੱਚ ਫਰਮਾਨ ਭੇਜ ਦਿੱਤੇ ਸਨ ਕਿ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕੋਈ ਤੰਗ ਨਾ ਕਰੇ, ਕੋਈ ਪਰੇਸ਼ਾਨ ਨਾ ਕਰੇ, ਕਿਸੇ ਪ੍ਰਕਾਰ ਕੋਈ ਬੇਅਦਬੀ ਨਾ ਕਰੇ ਔਰ ਨਾਲ ਹੀ ਖਜ਼ਾਨੇ ਦੇ ਵਿੱਚੋਂ ਗੁਰੂ ਕੀ ਸੇਵਾ ਵਾਸਤੇ ਰਕਮ ਭੇਜਣ ਵਾਸਤੇ ਵੀ ਆਖਿਆ ਸੀ। ਅਸਲ ਵਿੱਚ ਉਦੋਂ ਹੀ ਸੂਬਾ ਸਰਹੰਦ ਵਜੀਦ ਖਾਨ ਨੂੰ ਆਪਣੀ ਚਿੰਤਾ ਪੈ ਗਈ ਸੀ ਕਿ ਕਿਤੇ ਐਸਾ ਨਾ ਹੋਵੇ ਕਿ ਬਾਦਸ਼ਾਹ ਮੇਰੀਆਂ ਕੀਤੀਆਂ ਹੋਈਆਂ ਆਪ ਹੁਦਰੀਆਂ ਤੋਂ ਗੁੱਸੇ ਵਿੱਚ ਆ ਕੇ ਮੈਨੂੰ ਗੁਰੂ ਕੇ ਹਵਾਲੇ ਕਰ ਦੇਵੇ ਜਾਂ ਆਪ ਸਜ਼ਾ ਦੇਵੇ। ਉਹ ਉਦੋਂ ਤੋਂ ਹੀ ਤਰ੍ਹਾਂ ਤਰ੍ਹਾਂ ਦੀਆਂ ਵਿਉਂਤਾਂ ਪਿਆ ਗੁੰਦਦਾ ਸੀ। ਔਰੰਗਜ਼ੇਬ ਮਰਿਆ, ਬਹਾਦਰ ਸ਼ਾਹ ਦਿੱਲੀ ਦੇ ਤਖਤ ਤੇ ਬੈਠਾ। ਗੁਰੂ ਘਰ ਨਾਲ ਉਸ ਦਾ ਮੇਲ ਮਿਲਾਪ ਸੁਣ ਕੇ ਵਜੀਦੇ ਨੂੰ ਹੋਰ ਵੀ ਜ਼ਿਆਦਾ ਚਿੰਤਾ ਵਿਆਪੀ ਸੀ ਔਰ ਉਹ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਂ ਆਉਣ ਵਾਲੀ ਵਿਪਤਾ ਤੋਂ ਬਚਾਂ। ਹੁਣ ਕਿਉਂਕਿ ਗੁਲ ਖਾਂ ਹੋਰੀ ਗੁਰੂ ਕੀ ਫੌਜ ਵਿੱਚ ਸਨ, ਕੋਈ ਐਸੇ ਮਨੁੱਖ ਵਜੀਦਾ ਲੱਭਣਾ ਚਾਹੁੰਦਾ ਸੀ ਜਿਨ੍ਹਾਂ ਨੂੰ ਉਹ ਆਪਣੇ ਬੁਰੇ ਪ੍ਰਯੋਜਨ ਦੀ ਵਰਤੋਂ ਵਾਸਤੇ ਵਰਤ ਸਕੇ। ਇਹਨਾਂ ਦੇ ਨਾਲ ਗੁਲ ਖਾਂ ਹੋਣਾ ਦੇ ਨਾਲ ਸੰਪਰਕ ਕਰਕੇ ਇਹਨਾਂ ਨੂੰ ਪਿਛਲਾ ਵੈਰ ਚੇਤੇ ਕਰਾਇਆ ਕਿ ਗੁਰੂ ਕੇ ਦਾਦੇ ਨੇ ਤੁਹਾਡੇ ਦਾਦੇ ਨੂੰ ਮਾਰਿਆ ਸੀ, ਤੁਸੀਂ ਉਹ ਵੈਰ ਲਾਓ, ਉਸ ਦਾ ਬਦਲਾ ਲਾਓ। ਜੇ ਤੁਸੀਂ ਇਹ ਕਾਰਜ ਕਰਦੇ ਹੋ ਮੈਂ ਤੁਹਾਨੂੰ ਮਾਲਾ ਮਾਲ ਕਰ ਦੇਵਾਂਗਾ। ਸਮੇਂ ਦੀ ਨੇਤ ਨੇ ਇਹਨਾਂ ਪਠਾਣਾਂ ਦਾ ਮਨ ਫੇਰਿਆ। ਨੰਦੇੜ ਦੀ ਧਰਤੀ ਤੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਜਿੱਥੇ ਤਖਤ ਸ੍ਰੀ ਹਜ਼ੂਰ ਸਾਹਿਬ ਸੁਭਾਏਮਾਨ ਹੈ, ਸ਼ਸ਼ੋਭਤ ਸਨ।
ਇਹ ਕਿਉਂਕਿ ਫੌਜ ਵਿੱਚ ਰਹਿਣ ਕਰਕੇ ਇਤਬਾਰੀ ਬਣ ਚੁੱਕੇ ਸਨ, ਆਉਣਾ ਜਾਣਾ ਚੰਗਾ ਸੀ। ਭਾਵੇਂ ਕਿ ਕੁਝ ਗੁਰਸਿੱਖ ਇਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਤੱਕਦੇ ਵੀ ਸਨ ਤੇ ਗੁਰਚਰਨਾਂ ਵਿੱਚ ਬੇਨਤੀ ਵੀ ਕਰਿਆ ਕਰਦੇ ਸੀ। ਪਰ ਘਟ ਘਟ ਕੇ ਅੰਤਰ ਕੀ ਜਾਣਤ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਨੂੰ ਵੀ ਬਾਖੂਬੀ ਜਾਣਦੇ ਹਨ ਔਰ ਪਰਮਾਤਮਾ ਦੀ ਨੇਤ ਵਿੱਚ ਹਮੇਸ਼ਾ ਪ੍ਰਸੰਨ ਰਹਿਣਾ ਲੋਚਦੇ ਔਰ ਗੁਰਸਿੱਖਾਂ ਨੂੰ ਸਿੱਖਿਆ ਦਿੰਦੇ ਹਨ। ਸ਼ਾਮ ਦਾ ਸਮਾਂ ਹੈ, ਰਹਿਰਾਸ ਸਾਹਿਬ ਜੀ ਦਾ ਪਾਠ ਹੋਇਆ। ਸਾਰੇ ਸਿੰਘ ਸਤਿਗੁਰੂ ਜੀ ਕੇ ਹੁਕਮ ਮੁਤਾਬਕ ਆਪੋ ਆਪਣੇ ਡੇਰੇ ਗਏ ਨੇ। ਇੱਕ ਸੇਵਾਦਾਰ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਹਾਜ਼ਰ ਹੈ ਔਰ ਇੱਧਰ ਇਹ ਗੁਲ ਖਾਂ ਔਰ ਅਤਾਉਲਾ ਖਾਂ ਵੀ ਹਾਜ਼ਰ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ਼ਾਰੇ ਦੇ ਨਾਲ ਆਪਣਾ ਕੌਤਕ ਰਚਾਉਂਦਿਆਂ ਹੋਇਆਂ ਉਸ ਸੇਵਾਦਾਰ ਨੂੰ ਵੀ ਕਿਸੇ ਕੰਮ ਵਾਸਤੇ ਬਾਹਰ ਭੇਜਿਆ ਔਰ ਆਪ ਐਸਾ ਦਿਖਾਵਾ ਕੀਤਾ ਜਿਵੇਂ ਨੀਂਦ ਦਾ ਉਂਘਲਾਟ ਜਿਹਾ ਆ ਰਿਹਾ ਹੋਵੇ। ਉਸ ਵਕਤ ਮੌਕਾ ਪਾ ਕੇ ਸੂਬਾ ਸਰਹੰਦ ਦੇ ਸਿਖਾਏ ਹੋਏ ਗੁਲ ਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਖੀ ਦੇ ਵਿੱਚ ਕਟਾਰ ਦਾ ਵਾਰ ਕੀਤਾ। ਕਟਾਰ ਦਾ ਫਾਲ ਕਾਫੀ ਡੂੰਘਾ ਚੁਭਿਆ। ਸਤਿਗੁਰੂ ਜੀ ਨੇ ਤੁਰਤ ਆਪਣਾ ਤੇਗਾ ਸੰਭਾਲਿਆ ਔਰ ਇੱਕੋ ਵਾਰ ਦੇ ਨਾਲ ਗੁਲ ਖਾਂ ਦਾ ਸਿਰ ਧੜ ਤੋਂ ਜੁਦਾ ਕੀਤਾ ਔਰ ਨਾਲ ਹੀ ਉੱਚੀ ਆਵਾਜ਼ ਮਾਰੀ, ਭਾਈ ਕੋਈ ਗੁਰੂ ਕਾ ਸਿੱਖ ਬਾਹਰ ਸੁਚੇਤ ਹੈ। ਆਵਾਜ਼ ਸੁਣ ਕੇ ਜਦੋਂ ਸਿੰਘ ਦੌੜੇ ਆਏ, ਤੱਕਿਆ ਕਿ ਸਤਿਗੁਰੂ ਕੇ ਸਰੀਰ ਚੋਂ ਖੂਨ ਵਗ ਰਿਹਾ ਹੈ ਤੇ ਇੱਕ ਪਠਾਨ ਸਤਿਗੁਰਾਂ ਦੇ ਕੋਲ ਮਿਰਤਕ ਹਾਲਤ ਵਿੱਚ ਪਿਆ ਹੈ। ਦੂਸਰਾ ਅਤਾਉਲਾ ਖਾਂ ਭੱਜਾ ਜਾਂਦਾ ਤੱਕਿਆ, ਪਰ ਤੰਬੂ ਦੇ ਲੱਗੇ ਹੋਏ ਰੱਸੇ ਨਾਲ ਅਟਕ ਕੇ ਉਹ ਡਿੱਗ ਪਿਆ, ਗੁਰਸਿੱਖਾਂ ਦੇ ਹੱਥ ਆਇਆ। ਉਸ ਨੂੰ ਵੀ ਉਸ ਦੀ ਕੀਤੀ ਦਾ ਫਲ ਗੁਰਸਿੱਖਾਂ ਨੇ ਚਖਾ ਦਿੱਤਾ। ਗੁਰੂ ਕੇ ਦਲ ਵਿੱਚ ਭਾਈ ਧਿਆਨ ਸਿੰਘ ਹਿਕਮਤ ਜਾਣਦੇ ਹਨ। ਉਹਨਾਂ ਨੇ ਸਤਿਗੁਰੂ ਜੀ ਦੇ ਜ਼ਖਮ ਨੂੰ ਸੀਤਾ ਮਲਮ ਪੱਟੀ ਕੀਤੀ। ਉਧਰ ਦੱਖਣ ਦੇਸ਼ ਵਿੱਚ ਹੀ ਵਿਚਰਦੇ ਹੋਏ ਬਹਾਦਰ ਸ਼ਾਹ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਆਪਣੇ ਕੋਲ ਆਏ ਹੋਏ ਅੰਗਰੇਜ਼ ਡਾਕਟਰ ਨੂੰ ਉਸ ਨੇ ਸਤਿਗੁਰੂ ਜੀ ਦੇ ਇਲਾਜ ਵਾਸਤੇ ਭੇਜਿਆ। ਉਸ ਨੇ ਆ ਕੇ ਸਤਿਗੁਰੂ ਮਹਾਰਾਜ ਦੇ ਜ਼ਖਮ ਨੂੰ ਤੱਕਿਆ। ਪਹਿਲੇ ਟਾਂਕੇ ਖੋਲ ਕੇ ਜ਼ਖਮ ਦੀ ਸਫਾਈ ਕਰਕੇ ਫਿਰ ਟਾਂਕੇ ਲਗਾ ਕੇ ਜ਼ਖਮ ਨੂੰ ਸੀਤਾ, ਮਲਮ ਪੱਟੀ ਕੀਤੀ। ਤਕਰੀਬਨ ਕੋਈ 15 ਕੁ ਦਿਨਾਂ ਵਿੱਚ ਜ਼ਖਮ ਬਿਲਕੁਲ ਹੱਛਾ ਹੋ ਗਿਆ ਔਰ ਸਤਿਗੁਰੂ ਜੀ ਫਿਰ ਤਖਤ ਤੇ ਸੁਭਾਇਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇਣ ਲੱਗੇ। ਆਪਣੇ ਦੋ ਖਾਸ ਉਮਰਾਵ ਬਹਾਦਰ ਸ਼ਾਹ ਨੇ ਸਤਿਗੁਰਾਂ ਦੀ ਖਬਰਸਾਰ ਲੈਣ ਵਾਸਤੇ ਭੇਜੇ। ਨਾਂਦੇੜ ਵਿਖੇ ਆਏ। ਦੀਵਾਲੀ ਦਾ ਦਿਵਸ ਹੈ। ਗੁਰੂ ਕੀ ਹਜ਼ੂਰੀ ਵਿੱਚ ਦੀਵਾਨ ਸਜਿਆ ਹੋਇਆ ਹੈ। ਹੈਦਰਾਬਾਦ ਦੇ ਗੁਰਸਿੱਖ ਪ੍ਰੇਮੀਆਂ ਦੇ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਭੇਟਾ 2 ਕਰੜੇ ਧਨੁਖ ਕੀਤੇ ਗਏ। ਸ਼ਸਤਰਾਂ ਦੇ ਵਿੱਚ ਉਹ ਸੁਭਾਏਮਾਨ ਹਨ, ਜਿਨ੍ਹਾਂ ਬਾਰੇ ਇਤਿਹਾਸ ਦਾ ਵਰਣਨ ਆਉਂਦਾ ਹੈ ਕਿ ਇੱਕ ਧਨੁਖ 9 ਟੰਕ ਦਾ ਹੈ। ਧਨੁਖ ਦੀ ਭਾਵ ਕਮਾਨ ਦੀ ਜਿਹੜੀ ਸ਼ਕਤੀ ਹੈ, ਜਿਹੜੀ ਉਹਦੀ ਸਮਰੱਥਾ ਹੈ, ਉਸ ਨੂੰ ਪਰਖਣ ਵਾਸਤੇ ਟੰਕ ਵਰਤਿਆ ਜਾਂਦਾ ਹੈ ਜੋ 25 ਸੇਰ ਦੇ ਕਰੀਬ ਵਜਨ ਹੁੰਦਾ ਹੈ। ਧਨੁਖ ਦੀ ਤੰਦੀ ਦੇ ਨਾਲ ਉਹ 25 ਸੇਰ ਦਾ ਵਜਨ ਬੰਨਣ ਤੋਂ ਜੇ ਉਹ ਝੁਕੇ ਓਨੀ ਕੁ ਹਾਲਤ ਵਿੱਚ ਜਿੰਨੀ ਵਿੱਚ ਉਸ ਤੋਂ ਕਮਤੀਰ ਚੱਲ ਸਕੇ ਤਾਂ ਉਸ ਨੂੰ ਇੱਕ ਟੰਕ ਦਾ ਧਨੁਖ ਕਿਹਾ ਜਾਂਦਾ ਹੈ। 25 ਸੇਰ ਦਾ ਇੱਕ ਟੰਕ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਧਨੁਖ 9 ਟੰਕ ਦਾ ਹੋਇਆ ਕਰਦਾ ਸੀ। ਭਾਵ ਕਿ 2.25 ਕੁਇੰਟਲ ਭਾਰ ਵੱਜਣ ਤੋਂ ਜਿਸ ਦੀ ਤੰਦੀ ਖਿੱਚੀ ਜਾਵੇ। 9 ਟੰਕ ਦਾ ਇਹ ਧਨੁਖ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਹੈ। ਬਾਦਸ਼ਾਹ ਦੇ ਭੇਜੇ ਉਮਰਾਵ ਵੀ ਬੈਠੇ ਨੇ। ਉਹ ਵੇਖ ਕੇ ਹੈਰਾਨ ਹਨ ਕਿ 1 ਜਾਂ 2 ਟੰਕ ਤੱਕ ਦਾ ਧਨੁਖ ਤਾਂ ਸੂਰਮੇ ਆਮ ਵਰਤੀਂਦੇ ਸੁਣੀਦੇ ਹਨ। ਇਹ ਐਡਾ ਵੱਡਾ ਧਨੁਖ ਕੇਵਲ ਤੇ ਕੇਵਲ ਦਿਖਾਵੇ ਦਾ ਹੈ, ਕੇਵਲ ਦਰਸ਼ਨੀ ਹੈ। ਇਹਦਾ ਚਿੱਲਾ ਨਹੀਂ ਚਾੜਿਆ ਜਾ ਸਕਦਾ, ਇਹਦੇ ਨਾਲ ਤੀਰ ਨਹੀਂ ਚਲਾਇਆ ਜਾ ਸਕਦਾ। ਇਹ ਕੇਵਲ ਦਿਖਾਵੇ ਦੇ ਵਾਸਤੇ ਹੈ, ਕੇਵਲ ਪ੍ਰਭਾਵ ਪਾਉਣ ਵਾਸਤੇ ਹੈ। ਜਦੋਂ ਇਉਂ ਉਹਨਾਂ ਨੇ ਖਿਆਲ ਕੀਤਾ ਤਾਂ ਸਤਿਗੁਰਾਂ ਬਚਨ ਕੀਤਾ, ਨਹੀਂ ਭਾਈ ਇਹ ਕੇਵਲ ਦਿਖਾਵੇ ਦਾ ਨਹੀਂ, ਇਹ ਵਰਤੋਂ ਦਾ ਸ਼ਸਤਰ ਹੈ।
ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਧਨਖ ਨੂੰ ਚੁੱਕ ਕੇ ਚਿੱਲੇ ਤੇ ਤੀਰ ਚੜਾਇਆ ਔਰ ਤੀਰ ਚਲਾਇਆ। ਜਦੋਂ ਜ਼ੋਰ ਦੇ ਨਾਲ ਕਮਾਨ ਦੀ ਤੰਦੀ ਨੂੰ ਖਿੱਚਿਆ ਹੈ ਤਾਂ ਵੱਖੀ ਦਾ ਜ਼ੋਰ ਲੱਗਣ ਤੋਂ ਉਹ ਜ਼ਖਮ ਦੇ ਜੋ ਟਾਂਕੇ ਸਨ ਫਿਰ ਉੱਧੜ ਗਏ। ਜ਼ਖਮ ਦਾ ਮੁਖੜਾ ਫਿਰ ਖੁੱਲਿਆ, ਖੂਨ ਵਗਿਆ। ਗੁਰਸਿੱਖਾਂ ਨੇ ਫਿਰ ਇਉਂ ਸਿਉਤੇ ਜਾਣ ਦਾ ਯਤਨ ਕੀਤਾ, ਪਰ ਸਤਿਗੁਰੂ ਜੀ ਨੇ ਮਨਾ ਕਰ ਦਿੱਤਾ ਸੀ, ਨਹੀਂ ਭਾਈ, ਜਿਸ ਕਾਰਜ ਵਾਸਤੇ ਅਕਾਲ ਪੁਰਖ ਵਾਹਿਗੁਰੂ ਦਾ ਖਾਸ ਹੁਕਮ ਲੈ ਕੇ ਆਏ ਸਾਂ ਉਹ ਕਾਰਜ ਸੰਪੂਰਨ ਕੀਤਾ ਹੈ। ਹੁਣ ਅਸੀਂ ਆਪਣੇ ਇਸ ਸਰੀਰਕ ਰੂਪ ਨੂੰ ਸਮੇਟਾਂਗੇ। ਇਹ ਬਚਨ ਸੁਣਦਿਆਂ ਹੀ ਸਿੰਘਾਂ ਦੇ ਸੰਗਤਾਂ ਦੇ ਮਨ ਵਿੱਚ ਵੈਰਾਗ ਦੀ ਭਾਵਨਾ ਪ੍ਰਬਲ ਹੋ ਗਈ ਸੀ। ਸਮੂਹ ਸੰਗਤਾਂ ਵੈਰਾਗ ਵਿੱਚ ਹਨ। ਉਹ ਦਿਨ ਬੀਤਿਆ, ਅਗਲਾ ਏਕਮ ਦਾ ਦਿਨ ਵੀ ਬੀਤਿਆ। ਏਕਮ ਤੋਂ ਬਾਅਦ ਅੱਗੇ ਭਾਦੋਂ ਸੁਦੀ ਦੂਜ ਦਾ ਦਿਨ ਆਇਆ, ਜਿਸ ਨੂੰ ਆਮ ਤੌਰ ਤੇ ਟਿੱਕਾ ਦੂਜ ਦਾ ਦਿਨ ਕਿਹਾ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਹੌਲੀ ਹੌਲੀ ਜੋਤੀ ਜੋਤ ਸਮਾਉਣ ਦੀ ਤਿਆਰੀ ਕਰਨੀ ਆਰੰਭ ਕੀਤੀ ਹੈ। ਗੁਰਸਿੱਖ ਬੇਨਤੀ ਕਰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜਦ ਆਪ ਜੀ ਇਹ ਕੌਤਕ ਵਰਤਾਉਣ ਲੱਗੇ ਹੋ ਤਾਂ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ। ਉਸ ਵਕਤ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ਮਾਨ ਕਰਵਾਏ ਸਨ। ਕੱਤਕ ਸੁਦੀ ਦੂਜ ਸੰਮਤ 1765 ਬਿਕਰਮੀ ਦਾ ਦਿਨ। ਅੱਜ ਵੀ ਅਸੀਂ ਤਖਤ ਹਜ਼ੂਰ ਸਾਹਿਬ ਦੇ ਜਦੋਂ ਦਰਸ਼ਨ ਦੀਦਾਰੇ ਕਰਨ ਜਾਂਦੇ ਹਾਂ ਤਾਂ ਪੌੜੀਆਂ ਤੋਂ ਹੇਠਾਂ ਜੋ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ, ਇਸ ਅਸਥਾਨ ਤੇ ਸਤਿਗੁਰੂ ਜੀ ਨੇ ਸਤਿਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ਮਾਨ ਕਰਵਾਏ ਸੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਤਾਬਿਆ ਚੌਰ ਦੇ ਕੇ ਬੈਠਾਇਆ। ਪੰਜ ਸਿੰਘ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਭਾਈ ਹਰ ਸਿੰਘ ਜੀ, ਇਹਨਾਂ ਪੰਜਾਂ ਸਿੰਘਾਂ ਨੂੰ ਪੰਜ ਪਿਆਰਿਆਂ ਦੇ ਰੂਪ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਸੁਭਾਏਮਾਨ ਕੀਤਾ ਔਰ ਆਪ ਸਤਿਗੁਰੂ ਜੀ ਨੇ ਨਾਰੀਅਲ 5 ਪੈਸੇ ਪ੍ਰਾਤਨ ਮਰਜ਼ਾਦਾ ਮੁਤਾਬਕ ਮੰਗਵਾ ਕੇ ਸਤਿਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਰੱਖ ਕੇ ਮੱਥਾ ਟੇਕਿਆ, 5 ਪਰਿਕਰਮਾ ਕੀਤੀਆਂ ਔਰ ਪਾਵਨ ਬਚਨ ਉਚਾਰਨ ਕੀਤੇ ਸਨ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮਹਿ ਲੇਹ। ਇਹ ਜੋ ਦੋਹਰੇ ਹਨ, ਕਈ ਵਿਦਵਾਨ ਇਹਨਾਂ ਨੂੰ ਪੰਥ ਪ੍ਰਕਾਸ਼ ਵਿੱਚੋਂ ਖਿਆਲ ਕਰਦੇ ਨੇ, ਕਈ ਭਾਈ ਚੌਪਾ ਸਿੰਘ ਜੀ ਦੇ ਰਹਿਤਨਾਮੇ ਵਿੱਚੋਂ ਕਹਿੰਦੇ ਹਨ, ਪਰ ਅਸਲ ਵਿੱਚ ਇਹ ਦੋਨੋਂ ਦੋਹਰੇ ਸਤਿਗੁਰੂ ਜੀ ਨੇ ਆਪ ਉਚਾਰਨ ਕੀਤੇ। ਖਾਲਸਾ ਜੀ, ਪੰਜਾਂ ਸਿੰਘਾਂ ਵਿੱਚ ਸ਼ਾਮਲ ਜੋ ਭਾਈ ਹਰ ਸਿੰਘ ਜੀ ਹਨ, ਉਹਨਾਂ ਬਾਰੇ ਇਤਿਹਾਸ ਦਾ ਵਰਣਨ ਹੈ। ਉਹ ਗੁਰੂ ਕੇ ਰੋਜ਼ ਦੇ ਕੌਤਕਾਂ ਦੀ ਡਾਇਰੀ ਲਿਖਿਆ ਕਰਦੇ ਸਨ, ਗੁਰੂ ਕੇ ਡਾਇਰੀ ਬਰਦਾਰ ਸਨ। ਇਹ ਗੁਰਤਾ ਗੱਦੀ ਔਰ ਜੋਤੀ ਜੋਤ ਸਮਾਉਣ ਦੀ ਜੋ ਸਾਖੀ ਹੈ, ਇਹ ਵੀ ਭਾਈ ਹਰ ਸਿੰਘ ਜੀ ਨੇ ਆਪਣੀ ਡਾਇਰੀ ਵਿੱਚ ਲਿਖੀ, ਜਿਸ ਨੂੰ ਕਾਰਨ ਜੀ ਕੀ ਸਾਖੀ ਕਿਹਾ ਜਾਂਦਾ ਹੈ। ਲੰਮਾ ਸਮਾਂ ਭਾਈ ਹਰ ਸਿੰਘ ਜੀ ਦੀ ਉਹ ਡਾਇਰੀ ਤਖਤ ਹਜ਼ੂਰ ਸਾਹਿਬ ਵਿਖੇ ਸੁਭਾਏਮਾਨ ਰਹੀ ਹੈ। ਕੌਮ ਦੇ ਮਹਾਨ ਵਿਦਵਾਨ ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ ਉਹ ਡਾਇਰੀ ਉੱਥੋਂ ਲੈ ਕੇ ਗਏ ਸਨ ਇਤਿਹਾਸ ਦੀ ਖੋਜ ਕਰਨ ਵਾਸਤੇ। ਕਠੂਏ ਵਿਖੇ ਉਹਨਾਂ ਦੀ ਲਾਇਬ੍ਰੇਰੀ ਸੀ। ਉਸ ਲਾਇਬ੍ਰੇਰੀ ਨੂੰ ਅੰਗਰੇਜ਼ਾਂ ਨੇ ਅੱਗ ਲਵਾ ਕੇ ਸਾੜ ਦਿੱਤਾ ਸੀ। ਇਉਂ ਉਹ ਡਾਇਰੀ ਦਾ ਬਾਅਦ ਵਿੱਚ ਪਤਾ ਨਾ ਲੱਗਾ, ਉਹ ਵਾਪਸ ਹਜ਼ੂਰ ਸਾਹਿਬ ਪਹੁੰਚ ਨਹੀਂ ਸਕੀ ਤੇ ਨਾ ਹੀ ਦੁਬਾਰਾ ਕਿਤੇ ਪੰਥ ਨੂੰ ਮਿਲੀ। ਇਉਂ ਇੱਕ ਅਮੋਲਕ ਵਿਰਾਸਤ ਗੁਰੂ ਖਾਲਸਾ ਪੰਥ ਦੇ ਹੱਥੋਂ ਜਾਂਦੀ ਰਹੀ। ਉਹ ਡਾਇਰੀ ਭਾਵੇਂ ਆਪਣੇ ਅਸਲ ਰੂਪ ਵਿੱਚ ਮੌਜੂਦ ਨਹੀਂ, ਪਰ ਉਹਦੇ ਵਿੱਚੋਂ ਪ੍ਰਾਤਨ ਸਾਖੀ ਕਾਰਨ ਜੀ ਕਾ ਉਤਾਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਰਹਿਰਾਸੀ ਸਿੰਘਾਂ ਭਾਈ ਵਿਨੋਦ ਸਿੰਘ ਜੀ ਦੇ ਪਾਸ ਅੱਜ ਵੀ ਸੁਭਾਏਮਾਨ ਹੈ। ਦਾਸ ਨੇ ਵੀ ਉਸ ਦੇ ਦਰਸ਼ਨ ਕੀਤੇ ਨੇ ਔਰ ਉਸ ਇਬਾਰਤ ਨੂੰ ਪੜ੍ਹਿਆ ਹੈ। ਸੋ ਉਸ ਦੇ ਵਿੱਚ ਇਹ ਸਾਰਾ ਵਰਣਨ ਕੀਤਾ ਹੋਇਆ ਹੈ ਕਿ ਜਦੋਂ ਇਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਉਦੋਂ ਇਹ ਪੰਜ ਸਿੰਘ ਤਾਬਿਆ ਸਨ। ਭਾਈ ਮਨੀ ਸਿੰਘ ਜੀ ਚੌਰ ਦੀ ਸੇਵਾ ਕਰ ਰਹੇ ਸਨ ਔਰ ਉੱਥੇ ਇਹ ਲਿਖਿਆ ਆਉਂਦਾ ਹੈ ਸ੍ਰੀ ਮੁੱਖ ਵਾਕ ਪਾਤਸ਼ਾਹੀ 10ਵੀਂ। ਇਹ ਲਿਖ ਕੇ ਅੱਗੇ ਇਹ ਦੋਨੋਂ ਦੋਹਰੇ ਲਿਖੇ ਹੋਏ ਨੇ। ਇਉਂ ਸਤਿਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਦੋਨੋਂ ਦੋਹਰੇ ਉਚਾਰਨ ਕੀਤੇ। ਉੱਥੋਂ ਲੈ ਕੇ ਹੀ ਗਿਆਨੀ ਗਿਆਨ ਸਿੰਘ ਜੀ ਨੇ ਇਹਨਾਂ ਨੂੰ ਪੰਥ ਪ੍ਰਕਾਸ਼ ਦੇ ਅੰਦਰ ਲਿਖਿਆ
ਤੇ ਇਹਨਾਂ ਦੋਹਾਂ ਦੋਹਰਿਆਂ ਦੇ ਨਾਲ ਗੁਰੂ ਕੇ ਉਪਦੇਸ਼ ਨੂੰ ਚੇਤੇ ਕਰਦਿਆਂ ਉਹਨਾਂ ਦੋ ਦੋਹਰੇ ਹੋਰ ਵੀ ਅੱਗੇ ਨਾਲ ਲਿਖੇ ਨੇ। ਉਹ ਜੋ ਤੀਸਰਾ ਦੋਹਰਾ ਭਾਈ ਗਿਆਨ ਸਿੰਘ ਜੀ ਨੇ ਲਿਖਿਆ ਹੈ, ਸੋ ਉਹ ਲਿਖਦੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸਿੱਖਿਆ ਦਰਸਿਓ ਚਾਹੈ ਸਤਿਗੁਰੂ ਜੋ, ਸੋ ਦਰਸੈ ਗੁਰ ਗ੍ਰੰਥ, ਪੜੈ ਸੁਨੈ ਸਵਾਰਥ ਲਹੇ, ਪਰਮਾਰਥ ਕੋ ਪੰਥ, ਵਾਹਿਗੁਰੂ ਗੁਰੂ ਗ੍ਰੰਥ ਹੈ, ਉਬੈ ਜਹਾਜ ਉਦਾਰ, ਸ਼ਰਧਾ ਕਰ ਜੋ ਸੇਮ ਹੈ, ਸੋ ਭਵ ਉਤਰੈ ਪਾਰ। ਇਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੀ ਦਾਤ ਆਪ ਜੀ ਨੇ ਬਖਸ਼ਿਸ਼ ਕੀਤੀ। ਭਾਈ ਮਨੀ ਸਿੰਘ ਜੀ ਨੇ ਗੁਰੂ ਬਚਨਾਂ ਦੀ ਪਾਲਣਾ ਕਰਦਿਆਂ ਹੁਕਮਨਾਮਾ ਲਿਆ। ਹੁਕਮਨਾਮਾ ਆਇਆ ਸੀ ਸੂਹੀ ਮਹੱਲਾ ਪੰਜਵਾ, ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ, ਮਨ ਇੱਛੇ ਸੇਈ ਫਲ ਪਾਏ, ਕਰਤਾ ਆਪ ਵਸਾਇਆ ਰਾਮ। ਇਹ ਹੁਕਮਨਾਮਾ ਆਉਣ ਤੋਂ ਹੀ ਸਤਿਗੁਰੂ ਮਹਾਰਾਜ ਦੇ ਪਾਵਨ ਤਖਤ ਦਾ ਨਾਮ ਅਬ ਚਲ ਨਗਰ ਪਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਉਂ ਕੱਤਕ ਸੁਦੀ ਦੂਜ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਸ਼ਬਦ ਗੁਰੂ ਦੇ ਲੜ ਲਾਇਆ, ਉਪਰੰਤ ਹਰ ਪ੍ਰਕਾਰ ਦੀ ਅਗਾਂਹ ਤਿਆਰੀ ਕਰਨ ਦਾ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਦੂਰ ਦਰੇਡੇ ਤੋਂ ਸੰਗਤਾਂ ਆਉਂਦੀਆਂ ਨੇ। ਤੀਜ ਦਾ ਦਿਨ ਔਰ ਚੌਥ ਦਾ ਜਿਹੜਾ ਦਿਨ ਹੈ, ਇਹ ਸਾਰਾ ਤਿਆਰੀਆਂ ਵਿੱਚ ਬਤੀਤੇ ਹੈ। 100 ਮਣ ਚੰਦਨ ਦੀ ਲੱਕੜ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੰਗਵਾ ਕੇ ਇੱਕ ਚਿਖਾ ਦੀ ਤਿਆਰੀ ਕਰਨ ਦਾ ਹੁਕਮ ਕੀਤਾ ਹੈ। ਵੈਰਾਗ ਭਾਵਨਾ ਦੇ ਭਰੇ ਹੋਏ ਗੁਰਸਿੱਖ ਪਿਆਰੇ ਗੁਰੂ ਕੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਹਰ ਪ੍ਰਕਾਰ ਦੀ ਤਿਆਰੀ ਕਰਦੇ ਹਨ। ਉਧਰ ਇਹ ਜਦੋਂ ਪੰਚਮੀ ਦਾ ਦਿਨ ਆਇਆ ਹੈ, ਕੱਤਕ ਸੁਦੀ ਪੰਚਮੀ ਦਾ ਦਿਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦਾ ਕੀਰਤਨ ਸਰਵਣ ਕੀਤਾ। ਦੁਪਹਿਰ ਤੱਕ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ ਔਰ ਉਚੇਚੇ ਤੌਰ ਤੇ ਮਾਰੂ ਰਾਗ ਵਿੱਚ ਪੰਚਮ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਬਦ ਜੋ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪੰਚਮ ਪਾਤਸ਼ਾਹ ਨੇ ਉਚਾਰਨ ਕੀਤਾ ਸੀ, ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ, ਆਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸਰਣਾਈ। ਇਸ ਸ਼ਬਦ ਦਾ ਕੀਰਤਨ ਉਚੇਚੇ ਤੌਰ ਤੇ ਕਰਨ ਵਾਸਤੇ ਸਤਿਗੁਰਾਂ ਨੇ ਰਾਗੀ ਸਿੰਘਾਂ ਨੂੰ ਆਖਿਆ ਹੈ। ਇਹਨਾਂ ਸ਼ਬਦਾਂ ਦਾ ਕੀਰਤਨ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਤਿਆਰੇ ਕੀਤੇ। ਉਧਰ ਆਪਣੇ ਘੋੜਿਆਂ ਦੀ ਤਿਆਰੀ ਵੀ ਕਰਵਾਈ ਹੈ। ਸਮੂਹ ਗੁਰਸਿੱਖਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਪ੍ਰਸੰਨ ਰਹਿਣ ਦੀ ਸਿੱਖਿਆ ਦਿੱਤੀ ਹੈ ਔਰ ਇਹ ਦਰਸਾਇਆ ਕਿ ਭਾਈ ਜਿਸ ਨੇ ਸਾਡੇ ਦਰਸ਼ਨ ਕਰਨੇ ਸਤਿਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ, ਜਿਸ ਨੇ ਸਾਡੇ ਨਾਲ ਬਚਨ ਕਰਨੇ ਨੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੇ। ਇਉਂ ਉਪਦੇਸ਼ ਦੇਣ ਤੋਂ ਉਪਰੰਤ ਜਦੋਂ ਤੱਕਿਆ ਕਿ ਸਿੰਘਾਂ ਦੇ ਮਨ ਬਹੁਤ ਵੈਰਾਗ ਵਿੱਚ ਭਰੇ ਹੋਏ ਨੇ ਔਰ ਇਹ ਵੈਰਾਗ ਪਾਣੀ ਦਾ ਰੂਪ ਧਾਰ ਕੇ ਅੱਖਾਂ ਰਾਹੀਂ ਬਾਹਰ ਪਿਆ ਵਹਿੰਦਾ ਹੈ, ਗੁਰਸਿੱਖਾਂ ਦੇ ਮਨ ਵਿੱਚ ਇਹ ਸਰੀਰ ਦਾ ਪਿਆਰ ਤੱਕਦਿਆਂ ਹੋਇਆਂ ਇੱਕ ਅਦੁੱਤੀ ਕੌਤਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤਾ ਸੀ। ਆਓ ਭਾਈ, ਇਹ ਸਾਡੇ ਸਰੀਰਕ ਰੂਪ ਦੇ ਅਖੀਰੀ ਦਰਸ਼ਨ ਹਨ ਜਿਨ੍ਹਾਂ ਨੇ ਚਰਨ ਪਰਸਣੇ ਹਨ, ਪਰਸ ਲਾਓ। ਕੌਣ ਹੈ ਗੁਰਸਿੱਖ ਜੋ ਗੁਰੂ ਕੇ ਚਰਨ ਨਾ ਪਰਸਣਾ ਚਾਹੇ? ਗੁਰਸਿੱਖ ਧਾ ਕੇ ਸਤਿਗੁਰਾਂ ਦੇ ਚਰਨ ਪਰਸਣ ਵਾਸਤੇ ਆਉਂਦੇ ਨੇ। ਦਰਸ਼ਨ ਵੀ ਪ੍ਰਤੱਖ ਹੋ ਰਹੇ ਨੇ, ਪਰ ਜਦੋਂ ਚਰਨਾਂ ਤੇ ਹੱਥ ਰੱਖਦੇ ਨੇ ਚਰਨ ਹੱਥ ਵਿੱਚ ਨਹੀਂ ਆਉਂਦੇ, ਹੱਥ ਧਰਤੀ ਤੇ ਜਾ ਟਿਕਦੇ ਹਨ। ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਇਹ ਵਰਣਨ ਕੀਤਾ ਹੈ, ਦ੍ਰਿਸ਼ਟ ਪਰਤ ਹੈ ਸਭਨ ਕੇ ਸ੍ਰੀ ਸਤਿਗੁਰ ਤਿਸ ਕਾਲ, ਨਹੀਂ ਸਪਰਸ਼ਨ ਹੋਤ ਹੈ ਇਮ ਲਖ ਬਿਸਮ ਵਿਸਾਲ। ਦਰਸ਼ਨ ਤਾਂ ਹੋ ਰਹੇ ਨੇ ਪਰ ਸਪਰਸ਼ ਨਹੀਂ ਹੁੰਦਾ। ਹੈਰਾਨ ਹੋ ਕੇ ਗੁਰਸਿੱਖ ਪੁੱਛਦੇ, ਸਤਿਗੁਰੂ ਜੀ ਇਹ ਕੌਤਕ ਕੀ ਹੈ? ਮਹਾਰਾਜ ਨੇ ਫਰਮਾਨ ਕੀਤਾ ਸੀ, ਗੁਰਸਿੱਖੋ ਤੁਸੀਂ ਸਰੀਰ ਦਾ ਮੋਹ ਕਰ ਰਹੇ ਹੋ, ਪਰ ਗੁਰੂ ਅਸਲ ਵਿੱਚ ਸਰੀਰ ਰੂਪ ਨਹੀਂ। ਸਰੀਰ ਤਾਂ ਤੁਹਾਡੀ ਭਾਵਨਾ ਨੂੰ ਲੈ ਕੇ ਧਾਰਨ ਕੀਤਾ ਸੀ। ਆਰੰਭ ਤੋਂ ਹੀ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਰੀਰਕ ਰੂਪ ਵਿੱਚ ਆਏ, ਕੇਵਲ ਸੰਸਾਰ ਨੂੰ ਦਰਸ਼ਨ ਦੀਦਾਰੇ ਦੇਣ ਲਈ, ਨਾਮ ਦਾ ਦਾਨ ਦੇਣ ਲਈ, ਨਾਮ ਦਾ ਪ੍ਰਵਾਹ ਚਲਾਉਣ ਵਾਸਤੇ। ਅਸਲ ਗੁਰੂ ਤਾਂ ਸ਼ਬਦ ਹੈ। ਇਸ ਲਈ ਸਰੀਰ ਦਾ ਮੋਹ ਛੱਡ ਕੇ ਸ਼ਬਦ ਦਾ ਲੜ ਪਕੜੋ। ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਤੁਹਾਨੂੰ ਲਾ ਚੱਲੇ ਆ। ਇਉਂ ਸਤਿਗੁਰੂ ਮਹਾਰਾਜ ਨੇ ਗੁਰਸਿੱਖਾਂ ਨੂੰ ਉਪਦੇਸ਼ ਦ੍ਰਿੜ ਕਰਵਾਇਆ
ਔਰ ਫਿਰ ਇਸੇ ਹੀ ਸ਼ਬਦ ਅਬ ਮੋਹੇ ਜੀਵਨ ਪਦਵੀ ਪਾਈ ਦਾ ਕੀਰਤਨ ਅੱਗੇ ਕਰਵਾਉਂਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਿਖਾ ਦੇ ਦੁਆਰੇ ਤੱਕ ਪਹੁੰਚੇ ਸਨ। ਪਹਿਰੇਦਾਰਾਂ ਨੂੰ ਬਚਨ ਕਰ ਦਿੱਤੇ ਸੀ, ਭਾਈ ਕੋਈ ਅੰਦਰ ਨਾ ਆਵੇ, ਕੇਵਲ ਇੱਕ ਦੋ ਸਿੰਘ ਅੰਦਰ ਆਉਣਗੇ ਜੋ ਚੰਡਾ ਪ੍ਰਚੰਡ ਕਰਨਗੇ ਤੇ ਉਹ ਵੀ ਮੱਥਾ ਟੇਕ ਕੇ ਬਾਹਰ ਚਲੇ ਜਾਣ, ਬਾਕੀ ਕੋਈ ਹੋਰ ਅੰਦਰ ਨਾ ਆਵੇ। ਅਸਚਰਜ ਕੌਤਕ ਕਰ ਰਹੇ ਹਨ ਮੇਰੇ ਦਾਤਾਰ ਪਾਤਸ਼ਾਹ। ਸਤਿਗੁਰੂ ਗਰੀਬ ਨਿਵਾਜ ਜੀ ਉਸ ਚਿਖਾ ਤੇ ਜਾ ਕੇ ਸੁਭਾਏਮਾਨ ਹੋਏ। ਕਿਸ ਦਾ ਹੌਸਲਾ ਪੈਂਦਾ ਹੈ ਚਿਖਾ ਨੂੰ ਅਗਨ ਪ੍ਰਚੰਡ ਕਰਨ ਦਾ, ਪਰ ਗੁਰੂ ਕੇ ਹੁਕਮ ਦੀ ਪਾਲਣਾ ਕਰਨ ਤੋਂ, ਚੰਡਾ ਪ੍ਰਚੰਡ ਕਰਨ ਤੋਂ ਵੀ ਜਦੋਂ ਅਗਨੀ ਨੇ ਸਤਿਗੁਰਾਂ ਦਾ ਸਤਿਕਾਰ ਰੱਖਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਦੇ ਉਸ ਚਿਖਾ ਨੂੰ ਕਿਸੇ ਪ੍ਰਕਾਰ ਦਾ ਸੇਕ ਨਹੀਂ ਲਗਾਇਆ। ਵਰਣਨ ਆਉਂਦਾ ਹੈ ਇਤਿਹਾਸ ਵਿੱਚ, ਤਬ ਜੋਗ ਅਗਨ ਨਿਕਾਰ ਕੈ ਚਿਖਾ ਚੰਦਨ ਕੀ ਦਹੀ। ਜੋਗ ਅਗਨ, ਜੋ ਕਿ ਮਹਾਨ ਜੋਗੀ ਪੁਰਸ਼ ਮਹਾਨ ਅਵਸਥਾ ਵਾਲੇ ਹੀ ਪ੍ਰਕਾਸ਼ਮਾਨ ਕਰ ਸਕਦੇ ਨੇ, ਉਹ ਜੋਗ ਅਗਨ ਨੂੰ ਕੱਢ ਕੇ ਸਤਿਗੁਰੂ ਸੱਚੇ ਪੱਕਾ ਪਾਤਸ਼ਾਹ ਜੀ ਨੇ ਚਿਤਾ ਦੀ ਉਸ ਅਗਨੀ ਨੂੰ ਪ੍ਰਚੰਡ ਕੀਤਾ ਹੈ। ਤਬ ਜੋਗ ਅਗਨ ਨਿਕਾਰ ਕੈ ਚਿਤਾ ਚੰਦਨ ਕੀ ਦਹੀ, ਤਨ ਥੂਲ ਨਿਜ ਨਿਰਬਾਣ ਕੀਨੋ ਸਾਮ ਬਘੂਰੇ ਕੇ ਸਹੀ। ਗੁਰ ਜੋਤ ਜੋਤੀ ਮੈਂ ਮਿਲੇ ਅਸਥੂਲ ਤਨ ਕੇ ਸਹਿਤ ਹੀ, ਜਿਉ ਲਹਿਰ ਜਲ ਕੀ ਜਲ ਭਵੈ ਉਪਾਦ ਤੇ ਹੋਵੈ ਰਹਿਤ ਹੀ। ਇਉਂ ਉਹ ਅਗਨੀ ਨੂੰ ਪ੍ਰਚੰਡ ਕਰ ਐਸਾ ਕੌਤਕ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤਾ ਕਿ ਤੱਤਾਂ ਵਿੱਚ ਤੱਤ ਮਿਲਾ ਦਿੱਤੇ ਨੇ। ਆਪਣੇ ਪੂਰਨ ਸਰੀਰ ਨੂੰ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਲੋਪ ਕਰ ਲਿਆ। ਸਥੂਲ ਤਨ ਦੇ ਸਮੇਤ ਹੀ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਕੇ ਸੱਚਖੰਡ ਨੂੰ ਗਵਨ ਕਰ ਗਏ ਨੇ। ਗੁਰਸਿੱਖਾਂ ਦੇ ਮਨ ਅੰਦਰ ਅਤਿਅੰਤ ਵੈਰਾਗ ਦੀ ਭਾਵਨਾ ਹੈ। ਇਸੇ ਸਮੇਂ ਅੰਦਰ ਇੱਕ ਉਦਾਸੀ ਮਹਾਤਮਾ ਨੂੰ ਘੋੜੇ ਸਮੇਤ ਦਰਸ਼ਨ ਦੀਦਾਰ ਬਖਸ਼ਿਸ਼ ਕਰਦਿਆਂ ਸਤਿਗੁਰੂ ਮਹਾਰਾਜ ਨੇ ਪ੍ਰਸ਼ਾਦ ਵੀ ਦਿੱਤਾ ਸੀ। ਜਾਓ ਖਾਲਸਾ ਜੀ ਨੂੰ ਕਹੋ ਕਿ ਗੁਰੂ ਸਦਾ ਤੁਹਾਡੇ ਅੰਗ ਸੰਗ ਹੈ, ਰੁਦਨ ਨਹੀਂ ਕਰਨਾ ਔਰ ਸ਼ਬਦ ਗੁਰੂ ਦੀ ਤਾਬਿਆ ਰਹਿਣਾ। ਉਹ ਉਦਾਸੀ ਮਹਾਤਮਾ ਜਦੋਂ ਪਹੁੰਚੇ ਸਨ, ਵੇਖਿਆ ਕਿ ਖਾਲਸਾ ਸ਼ੋਕਮਈ ਹੈ, ਵੈਰਾਗ ਵਿੱਚ ਹੈ, ਕਾਰਨ ਪੁੱਛਿਆ। ਗੁਰਸਿੱਖਾਂ ਦੱਸਿਆ ਕਿ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਨੇ। ਕਹਿਣ ਲੱਗਾ ਉਦਾਸੀ ਮਹਾਤਮਾ ਕਿ ਭਾਈ ਮੈਨੂੰ ਤਾਂ ਹੁਣੇ ਹੁਣੇ ਸਤਿਗੁਰਾਂ ਨੇ ਦਰਸ਼ਨ ਦਿਦਾਰੇ ਦਿੱਤੇ। ਘੋੜੇ ਤੇ ਅਸਵਾਰ ਸਨ, ਸੁੰਦਰ ਰੂਪ ਸੀ, ਸ਼ਸਤਰਾਂ ਬਸਤਰਾਂ ਵਿੱਚ ਸਨਦਬੱਧ ਸਨ, ਤੁਸੀਂ ਕਿਵੇਂ ਕਹਿੰਦੇ ਹੋ ਜੋਤੀ ਜੋਤ ਸਮਾ ਗਏ। ਜਦੋਂ ਤਬੇਲੇ ਵਿੱਚ ਜਾ ਕੇ ਤੱਕਿਆ, ਕੀ ਤੱਕਦੇ ਨੇ ਕਿ ਕੁਮੈਤ ਰੰਗ ਦਾ ਭਾਵ ਲਾਖੇ ਰੰਗ ਦਾ ਉਹ ਸਤਿਗੁਰਾਂ ਦਾ ਅਤਿਅੰਤ ਪਿਆਰਾ ਘੋੜਾ ਉਹ ਵੀ ਗਾਇਬ ਹੈ। ਸਾਰੇ ਹੀ ਅਸਚਰਜ ਰਹਿ ਗਏ ਸੀ ਕਿ ਇਹ ਕੈਸਾ ਗੁਰੂ ਕਾ ਕੌਤਕ ਹੈ। ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਉਪਰੰਤ ਵੀ ਗੁਰਸਿੱਖ ਸੰਗਤਾਂ ਨੂੰ ਇਹ ਦਰਸਾ ਦਿੱਤਾ ਸੀ ਕਿ ਗੁਰੂ ਕਿਤੇ ਦੂਰ ਨਹੀਂ, ਗੁਰੂ ਸਦਾ ਅੰਗ ਸੰਗ ਹੈ, ਕੇਵਲ ਭਰੋਸਾ ਰੱਖਣ ਦੀ ਲੋੜ ਹੈ। ਜਦੋਂ ਸਾਰੀਆਂ ਸੰਗਤਾਂ ਹੈਰਾਨ ਸਨ, ਇਹ ਅਸਚਰਜ ਕੌਤਕ ਕੈਸਾ ਹੈ। ਭਾਈ ਸਾਹਿਬ ਪਿਆਰੇ ਧਰਮ ਸਿੰਘ ਜੀ ਨੇ ਸਰਬੱਤ ਗੁਰਸਿੱਖਾਂ ਨੂੰ ਸਮਝਾਇਆ ਸੀ, ਗੁਰਸਿੱਖ ਪਿਆਰਿਓ, ਜਿਵੇਂ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਉਪਰੰਤ ਆਪਣੇ ਸਰੀਰ ਨੂੰ ਅਲੋਪ ਕਰ ਲਿਆ ਸੀ, ਇਵੇਂ ਕਲਗੀਧਰ ਪਿਤਾ ਜੀ ਵੀ ਆਪਣੇ ਸਰੂਪ ਨੂੰ ਅਲੋਪ ਕਰਕੇ ਸਣਦੇਹੀ ਸੱਚਖੰਡ ਗਏ ਨੇ। ਕੁਝਕ ਦੇ ਮਨ ਵਿੱਚ ਸ਼ੰਕਾ ਆਇਆ, ਇਹ ਕਿਵੇਂ ਹੋ ਸਕਦਾ ਹੈ? ਸਰੀਰ ਤਾਂ ਨਾਲ ਨਹੀਂ ਜਾਂਦੇ, ਜਦੋਂ ਸਰੀਰ ਦਾ ਅੰਤ ਹੁੰਦਾ ਹੈ ਸਰੀਰ ਭਲਾ ਕਿਵੇਂ ਜਾ ਸਕਦਾ ਹੈ? ਅੱਜ ਕੱਲ ਦੇ ਸਮੇਂ ਵਿੱਚ ਵੀ ਕਈਆਂ ਦੇ ਮਨ ਵਿੱਚ ਇਹ ਸ਼ੰਕਾ ਵਿਆਪਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਮਹਾਰਾਜ ਦੇ ਅਨੇਕਾਂ ਬਚਨ ਐਸੇ ਆਉਂਦੇ ਨੇ, ਆਪਾਂ ਪੜ੍ਹਦੇ ਸੁਣਦੇ ਆ ਨਾ ਕਿ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਇਹ ਵੀ ਬਚਨ ਨੇ, ਤਿੱਥੇ ਦੇਹ ਜਾਤ ਨਾ ਜਾਏ। ਇਹਨਾਂ ਪੰਕਤੀਆਂ ਨੂੰ ਪ੍ਰਮੁੱਖ ਰੱਖ ਕੇ ਕਈ ਵੀਰ ਸ਼ੰਕਾ ਵਿੱਚ ਪੈ ਜਾਂਦੇ ਨੇ। ਦੇਖੋ ਜੀ, ਗੁਰਬਾਣੀ ਕਹਿੰਦੀ ਹੈ ਸਰੀਰ ਨਾਲ ਨਹੀਂ ਜਾ ਸਕਦਾ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਰੀਰ ਸਹਿਤ ਭਲਾ ਕਿਵੇਂ ਗਏ ਨੇ? ਇਹ ਸਵਾਲ ਉਦੋਂ ਵੀ ਸਾਹਮਣੇ ਆਇਆ, ਪਰ ਉਸ ਵਕਤ ਸਤਿਗੁਰੂ ਜੀ ਕੀ ਵਡਿਆਈ, ਗੁਰੂ ਕੀ ਉਸਤਤ ਜੋ ਪਿਆਰੇ ਧਰਮ ਸਿੰਘ ਜੀ ਨੇ ਗੁਰਸਿੱਖਾਂ ਨੂੰ ਸਮਝਾਈ ਸੀ, ਇਤਿਹਾਸ ਵਿੱਚ ਉਸ ਦਾ ਵਰਣਨ ਆਉਂਦਾ ਹੈ ਕਿ ਤਨ ਤਿਨਕੇ ਪੰਚੀਕ੍ਰਿਤ ਨਹੀਂ, ਹਮ ਤੁਮ ਕੇ ਸਾਮ ਜਹਾਂ। ਭਾਈ ਜੋ ਗੁਰੂ ਕਾ ਸਰੀਰ ਹੈ ਉਹ ਸਾਡੇ ਤੁਹਾਡੇ ਵਾਂਗੂ ਪੰਜੀ ਪ੍ਰਕਿਰਤੀਆਂ ਦਾ ਬਣਿਆ ਹੋਇਆ ਨਹੀਂ। ਉਹ ਕਰਮ ਰੇਖ ਨੂੰ ਭੋਗਣ ਵਾਸਤੇ ਆਇਆ ਹੋਇਆ ਸਰੀਰ ਨਹੀਂ, ਉਹ ਕਾਲ ਚੱਕਰ ਦੇ ਅਧੀਨ ਨਹੀਂ, ਬਲਕਿ ਇਹ ਸਤਿਗੁਰਾਂ ਦੀ ਮਾਇਆ ਹੈ, ਸਤਿਗੁਰੂ ਕਾ ਕੌਤਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦਾ ਸਰੀਰ ਜੀਵ ਕੋਟੀ ਵਿੱਚ ਨਹੀਂ ਬਲਕਿ ਬ੍ਰਹਮ ਕੋਟੀ ਵਿੱਚ ਹੈ।
ਜੋ ਗੁਰਬਾਣੀ ਵਿੱਚ ਇਹ ਪਾਵਨ ਬਚਨ ਆਉਂਦੇ ਉਹ ਆਮ ਸੰਸਾਰ ਦੀ ਹਾਲਤ ਦਾ ਵਰਣਨ ਕੀਤਾ ਹੈ। ਸਤਿਗੁਰੂ ਜੀ ਆਮ ਸੰਸਾਰ ਦੀ ਹਾਲਤ ਦੇ ਬੰਧਨਾਂ ਤੋਂ ਪਰੇ ਨੇ, ਇਸ ਲਈ ਗੁਰੂ ਵਾਸਤੇ ਇਹ ਕੋਈ ਅਸਚਰਜ ਬਾਤ ਨਹੀਂ। ਗੁਰਸਿੱਖਾਂ ਦੇ ਮਨ ਅੰਦਰ ਨਿਸ਼ਚਾ ਆਇਆ, ਪਰ ਕਈ ਅਜੇ ਵੀ ਐਸੇ ਸਨ ਜਿਨ੍ਹਾਂ ਦਾ ਨਿਸ਼ਚਾ ਪਿਆ ਡੋਲਦਾ ਸੀ ਤੇ ਉਹਨਾਂ ਨੇ ਫਿਰ ਤੱਕਣਾ ਚਾਹਿਆ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਅੰਦਰ ਲਿਖਦੇ ਨੇ, ਬਿਨ ਸਿਦਕ ਜੋ ਥੇ ਬੀਚ ਮੈਂ ਤਿਨ ਭਇਓ ਮਨੈ ਸੰਦੇਹ ਹੈ, ਨਹਿ ਮਿਲੈ ਅਸਥੀ ਇਹਾਂ ਸੇ ਜੇ ਗਏ ਗੁਰੂ ਸਣ ਦੇ ਹੈ। ਜਿਨ੍ਹਾਂ ਨੂੰ ਅਜੇ ਵੀ ਨਿਸ਼ਚਾ ਨਹੀਂ, ਉਹਨਾਂ ਦੇ ਮਨ ਵਿੱਚ ਇਹ ਖਿਆਲ ਪੈਦਾ ਹੋਇਆ ਹੈ ਕਿ ਵਾਕਿਆ ਹੀ ਜੇ ਸਤਿਗੁਰੂ ਜੀ ਸਣ ਦੇ ਹੀ ਗਏ ਹੋਣ, ਚਿਖਾ ਨੂੰ ਫੋਲ ਕੇ ਤੱਕਣਾ ਚਾਹੀਦਾ। ਜੇ ਤਾਂ ਚਿਖਾ ਵਿੱਚੋਂ ਸਰੀਰ ਦੀਆਂ ਅਸਥੀਆਂ ਮਿਲਦੀਆਂ ਨੇ ਤਾਂ ਪੱਕਾ ਹੈ ਕਿ ਸਤਿਗੁਰਾਂ ਨੇ ਆਪਣੇ ਸਰੀਰ ਨੂੰ ਅਗਨ ਭੇਂਟ ਕਰ ਦਿੱਤਾ ਹੈ। ਜੇ ਕੋਈ ਅਸਥੀ ਨਾ ਮਿਲੇ ਤਾਂ ਮੰਨਿਆ ਜਾਵੇਗਾ ਕਿ ਵਾਕਿਆ ਸਤਿਗੁਰੂ ਸਣ ਦੇ ਗਏ ਨੇ। ਬਿਨ ਸਿਦਕ ਜੋ ਥੇ ਬੀਚ ਮੈਂ ਤਿਨ ਭਇਓ ਮਨੇ ਸੰਦੇਹ ਹੈ, ਨਹ ਮਿਲੈ ਅਸਥੀ ਇਹਾਂ ਸੇ ਜੇ ਗਏ ਗੁਰੂ ਸਣ ਦੇ ਹੈ। ਇਹ ਸੋਚ ਫੋਲਿਓ ਤਿਨ ਅੰਗੀਠਾ ਕਰਦ ਲਗ ਇੱਕ ਪਾਈਆ। ਕੇਵਲ ਤੇ ਕੇਵਲ ਅੰਗੀਠਾ ਫੋਲਣ ਤੋਂ ਇੱਕ ਛੋਟੀ ਜੀ ਕਿਰਪਾਨ ਜੋ ਸਤਿਗੁਰੂ ਜੀ ਆਪਣੇ ਦਸਤਾਰੇ ਵਿੱਚ ਸਜਾਉਂਦੇ ਸਨ, ਨਿਸ਼ਾਨੀ ਵਜੋਂ ਉਹ ਲੱਭੀ ਸੀ। ਸ੍ਰੀ ਰਹਿਰਾਸ ਸਾਹਿਬ ਤੋਂ ਉਪਰੰਤ ਆਰਤੀ ਕੀਰਤਨ ਤੋਂ ਉਪਰੰਤ ਸ੍ਰੀ ਹਜੂਰ ਸਾਹਿਬ ਵਿਖੇ 4 ਸ਼ਸਤਰਾਂ ਦੇ ਪ੍ਰਮੁੱਖ ਤੌਰ ਤੇ ਦਰਸ਼ਨ ਕਰਾਏ ਜਾਂਦੇ ਨੇ। ਅਕਾਲੀ ਫੂਲਾ ਸਿੰਘ ਜੀ ਦਾ ਤੇਗਾ, ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਸ੍ਰੀ ਸਾਹਿਬਾਂ, ਇੱਕ ਵੱਡਾ ਤੀਰ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਸ ਨੂੰ ਖੱਪਰਾ ਤੀਰ ਕਿਹਾ ਜਾਂਦਾ ਹੈ, ਤੇ ਉਪਰੰਤ ਸੁਨਹਿਰੀ ਡੱਬੀ ਵਿੱਚ ਇੱਕ ਛੋਟੀ ਜਿਹੀ ਕਿਰਪਾਨ ਪੁਜਾਰੀ ਸਿੰਘ ਦਰਸ਼ਨ ਕਰਾਉਂਦੇ ਨੇ ਕਿ ਇਹ ਕਿਰਪਾਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੈ। ਉਹ ਕਿਰਪਾਨ ਸਤਿਗੁਰੂ ਜੀ ਦਮਾਲੇ ਵਿੱਚ ਸਜਾਇਆ ਕਰਦੇ ਸਨ ਤੇ ਉਹ ਚਿਖਾ ਵਿੱਚੋਂ ਲੱਭੀ ਸੀ। ਇਹ ਸੋਚ ਫੋਲਿਓ ਤਿਨ ਅੰਗੀਠਾ ਕਰਦ ਲਗ ਇੱਕ ਪਾਈਆ, ਨਾ ਮਿਲਿਆ ਸ਼ਸਤਰ ਅਸਥ ਕੋਉ ਗੁਰੂ ਥੇ ਜੋ ਲਾਈਆ। ਨਾ ਕੋਈ ਸ਼ਸਤਰ ਮਿਲਿਆ ਤੇ ਨਾ ਹੀ ਸਰੀਰ ਦੀਆਂ ਅਸਥੀਆਂ ਕੋਈ ਮਿਲੀਆਂ, ਕੁਝ ਵੀ ਹੋਰ ਚਿਖਾ ਦੇ ਵਿੱਚੋਂ ਪ੍ਰਾਪਤ ਨਹੀਂ ਸੀ ਹੋਇਆ। ਪਿਖ ਭਇਓ ਨਿਸ਼ਚਾ ਸਭੀ ਕੋ ਸਣ ਦੇਹ ਗੁਰੂ ਕੇ ਜਾਣ ਕਾ, ਫਿਰ ਕਰ ਦਸਹਿਰਾ ਭੋਗ ਪਾਇਓ ਗ੍ਰੰਥ ਗੁਰੂ ਮਹਾਨ ਕਾ। ਸਾਰਿਆਂ ਦੇ ਮਨ ਅੰਦਰ ਹੀ ਨਿਸ਼ਚਾ ਆਇਆ। ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਪ੍ਰਾਰੰਭ ਕਰਵਾ ਕੇ ਜੋਤੀ ਜੋਤ ਸਮਾਉਣ ਤੋਂ 10ਵੇਂ ਦਿਨ ਭੋਗ ਪਾਏ ਗਏ। ਇਉਂ ਇਹ ਕੱਤਕ ਸੁਦੀ ਪੰਚਮੀ ਸੰਮਤ 1765 ਬਿਕਰਮੀ ਜਦ ਜਗਤ ਤੇ ਅਨੇਕਾਂ ਉਪਕਾਰ ਕਰਦਿਆਂ ਹੋਇਆਂ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ ਔਰ ਸਾਨੂੰ ਇੱਕ ਅਕਾਲ ਦੇ ਲੜ ਲਾ ਕੇ ਸਤਿਗੁਰੂ ਗ੍ਰੰਥ ਸਾਹਿਬ ਦੇ ਲੜ ਹਮੇਸ਼ਾ ਵਾਸਤੇ ਲਾ ਗਏ। ਤਾਂ ਹੀ ਭਾਈ ਧਰਮ ਸਿੰਘ ਜੀ ਨੇ ਇਹ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ ਸੀ, ਅਰ ਕਹਿਓ ਸਦਾ ਸਹਾਏ ਤੁਮਰੇ ਗੁਰੂ ਸਦਾ ਅੰਗ ਸੰਗ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਦਾ ਤੁਹਾਡੇ ਅੰਗ ਸੰਗ ਹਨ। ਗੁਰ ਗ੍ਰੰਥ ਕੋ ਤੁਮ ਗੁਰੂ ਮਾਨੋ, ਗੁਰੂ ਜੋ ਫੁਰਮਾ ਗਏ ਨਿਜ ਜੋਤ ਇਨ ਮੈਂ ਥਪ ਗਏ, ਕਲਿਆਣ ਤੁਮਾਰੀ ਇਹ ਕਹੇ। ਭਾਈ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨੋ ਜੋ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਫਰਮਾ ਗਏ ਨੇ। ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭਾਇਮਾਨ ਕਰ ਗਏ ਨੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹੀ ਤੁਹਾਡੀ ਕਲਿਆਣ ਕਰਗੇ, ਤੁਹਾਡਾ ਭਲਾ ਕਰਨਗੇ। ਇਉਂ ਅੱਜ ਉਹ ਕੱਤਕ ਸੁਦੀ ਪੰਚਮੀ ਦਾ ਦਿਹਾੜਾ ਹੈ। ਕੱਤਕ ਸੁਦੀ ਦੂਜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ ਸੀ। 3 ਦਿਨ ਬਾਅਦ ਕੱਤਕ ਸੁਦੀ ਪੰਚਮੀ ਅੱਜ ਦੇ ਦਿਨ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਏ। ਸਤਿਗੁਰੂ ਕਿਰਪਾ ਕਰਨ ਗੁਰੂ ਕਾ ਜੋਤੀ ਜੋਤ ਦਿਵਸ ਮਨਾਉਂਦਿਆਂ ਹੋਇਆਂ ਸਾਡੇ ਮਨਾਂ ਅੰਦਰ ਗੁਰੂ ਕਾ ਉਪਦੇਸ਼ ਘਰ ਕਰ ਜਾਵੇ। ਅਸੀਂ ਇੱਕੋ ਇੱਕ ਜੁਗੋ ਜੁਗ ਅਟਲ ਸਤਿਗੁਰੂ ਗ੍ਰੰਥ ਸਾਹਿਬ ਤੇ ਆਪਣਾ ਨਿਸ਼ਚਾ ਰੱਖੀਏ। ਹੋਰ ਕਿਸੇ ਦੀ ਪੂਜਾ ਦੀ, ਕਿਸੇ ਦੀ ਉਪਾਸ਼ਨਾ ਦੀ, ਕਿਸੇ ਨੂੰ ਗੁਰੂ ਮੰਨਣ ਦੀ ਭਾਵਨਾ ਸੁਪਨੇ ਮਾਤਰ ਵੀ ਸਾਡੇ ਮਨ ਅੰਦਰ ਪੈਦਾ ਨਾ ਹੋਵੇ। ਅਡੋਲ ਨਿਸ਼ਚਾ ਗੁਰੂ ਗ੍ਰੰਥ ਸਾਹਿਬ ਤੇ ਹੋਵੇ। ਇਹ ਕਲਗੀਧਰ ਪਿਤਾ ਜੀ ਦਾ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਤਿਗੁਰੂ ਜੀ ਕਿਰਪਾ ਕਰਨ, ਸਮੁੱਚੀਆਂ ਸੰਗਤਾਂ ਨੂੰ ਆਪਣੇ ਪਵਿੱਤਰ ਪਾਵਨ ਉਪਦੇਸ਼ਾਂ ਦੀ ਕਮਾਈ ਕਰਨ ਦਾ ਬਲ ਬਖਸ਼ਿਸ਼ ਕਰਨ। ਆਓ ਗੁਰਬਾਣੀ ਅੰਦਰ ਜੋ ਸਤਿਗੁਰੂ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਅੱਜ ਸੰਗਰਾਂਦ ਦਾ ਦਿਨ ਹੈ। ਗੁਰੂ ਕੀ ਕਿਰਪਾ ਦੇ ਸਦਕਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਮੱਘਰ ਮਹੀਨੇ ਦੀ ਪ੍ਰਾਰੰਭਤਾ ਹੋ ਰਹੀ ਹੈ। ਮਾਝ ਰਾਗ ਵਿੱਚ 12 ਮਾਹਾਂ ਪਾਵਨ ਬਾਣੀ ਉਚਾਰਨ ਕਰਦਿਆਂ ਹੋਇਆਂ
ਪੰਚਮ ਪਾਤਸ਼ਾਹ ਜੀ ਨੇ ਦੇਸੀ ਸੰਮਤ ਦੇ ਮਹੀਨਿਆਂ ਦੇ ਨਾਮਾਂ ਰਾਹੀਂ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਸੰਗਰਾਂਦ ਦੇ ਜੋੜ ਮੇਲੇ ਜੋ ਇਹ ਖਿਆਲ ਕਰਦਿਆਂ ਹੋਇਆਂ ਕਿ ਆਮ ਤੌਰ ਤੇ ਇਹ ਸੂਰਜ ਦੀ ਰਾਸ਼ੀ ਬਦਲਣ ਵਾਲਾ ਦਿਨ ਹੋਣ ਕਰਕੇ ਹਿੰਦੂ ਜਗਤ ਵਿੱਚ ਸੂਰਜ ਪੂਜਾ ਦੇ ਵਜੋਂ ਇਸ ਨੂੰ ਮਨਾਇਆ ਜਾਂਦਾ ਹੈ, ਸਾਡੇ ਗੁਰਸਿੱਖ ਗ੍ਰਹਿਆਂ ਦੀ ਜਾਂ ਹੋਰ ਨਛੱਤਰਾਂ ਦੀ ਪੂਜਾ ਵਿੱਚ ਨਾ ਲੱਗਣ, ਇੱਕ ਅਕਾਲ ਦੇ ਪੁਜਾਰੀ ਬਣਨ, ਤਰ੍ਹਾਂ ਤਰ੍ਹਾਂ ਦੀਆਂ ਵਹਿਮਾਂ ਭਰਮਾਂ ਦੀਆਂ ਭਰੀਆਂ ਹੋਈਆਂ ਗਾਥਾਵਾਂ ਕਹਾਣੀਆਂ ਸੁਣਨ ਦੀ ਬਜਾਏ ਸਤ ਸੰਗਤ ਦੇ ਵਿੱਚ ਜੁੜ ਕੇ ਗੁਰਬਾਣੀ ਦੇ ਨਾਲ ਜੁੜਨ ਤੇ ਸੱਚ ਦੇ ਉਪਦੇਸ਼ ਦੇ ਧਾਰਨੀ ਬਣਨ। ਧੰਨ ਸਤਿਗੁਰੂ ਅਮਰਦਾਸ ਜੀ ਨੇ ਇਸ ਖਿਆਲ ਨੂੰ ਲੈ ਕੇ ਵਿਸਾਖੀ ਦੀ ਸੰਗਰਾਂਦ 1624 ਬਿਕਰਮੀ ਨੂੰ ਇਹ ਜੋੜ ਮੇਲਿਆਂ ਦੀ ਪ੍ਰਾਰੰਭਤਾ ਕੀਤੀ ਸੀ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਨੇ ਮੰਜੀ ਸਾਹਿਬ ਦੇ ਪਾਵਨ ਸਥਾਨ ਤੇ 12 ਮਾਹ ਉਚਾਰਨ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮੱਘਰ ਮਹੀਨੇ ਦੇ ਰਾਹੀਂ ਜੀਵ ਆਤਮਾ ਪਰਮਾਤਮਾ ਦੇ ਮਿਲਾਪ ਦਾ ਵਰਣਨ ਔਰ ਮਿਲਾਪ ਤੋਂ ਵਾਂਝਿਆਂ ਦੀ ਜੋ ਹਾਲਤ ਹੈ ਉਹਨਾਂ ਦਾ ਵਰਣਨ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾ ਰਹੇ ਨੇ। ਪ੍ਰੇਮ ਸਹਿਤ ਸਰਵਣ ਕਰੀਏ। ਵਾਹਿਗੁਰੂ ਸਾਹਿਬ ਜੀ। ਮੰਗਰ ਮਾਹੇ ਸੁਹੰਦੀਆ, ਹਰ ਪੇਰ ਸੰਗ ਬੈਠੜੀਆ। ਪਾਵਨ ਗੁਰਬਾਣੀ ਅੰਦਰ ਸਤਿਗੁਰੂ ਜੀ ਇਹ ਅਲੰਕਾਰ ਵਰਤਦੇ ਨੇ ਕਿ ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਇਸ ਜਗਤ ਵਿੱਚ ਪੁਰਖ ਰੂਪ ਪਤੀ ਰੂਪ ਇੱਕੋ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਹੈ। ਤੇ ਜਿੰਨੇ ਵੀ ਜੀਵ ਹਨ ਸੰਸਾਰ ਦੇ ਸਭ ਜੀਵ ਆਤਮਾਵਾਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਨਾਰੀਆਂ ਹਨ, ਤਿਸ ਦੀਆਂ ਸਖੀਆਂ ਹਨ। ਏਕਾ ਪੁਰਖ ਸਬਾਈ ਨਾਰ, ਇਹ ਅਲੰਕਾਰ ਹੀ ਇੱਥੇ ਪ੍ਰਮੁੱਖ ਰੱਖਦਿਆਂ ਹੋਇਆਂ ਹਜ਼ੂਰ ਫਰਮਾਉਂਦੇ ਨੇ ਜਿਵੇਂ ਇਹ ਮੱਘਰ ਦੀ ਰੁੱਤ ਮਿੱਠੀ ਜਿਹੀ ਰੁੱਤ ਹੈ, ਇਸ ਤੋਂ ਪਹਿਲਾਂ ਦੀ ਜਿਹੜੀ ਗਰਮੀ ਹੈ ਉਹ ਦੂਰ ਹੁੰਦੀ ਹੈ। ਜੇਠ ਔਰ ਹਾੜ ਦੀਆਂ ਧੁੱਪਾਂ, ਸਾਵਣ ਭਾਦਰੋਂ ਦੇ ਚੁਮਾਸੇ ਇਹ ਖਤਮ ਹੁੰਦੇ ਨੇ। ਕੱਤਕ ਔਰ ਮੱਘਰ ਇਹ ਦੋਵੇਂ ਮਿੱਠੀ ਰੁੱਤ ਦੇ ਮਹੀਨੇ ਮੰਨੇ ਜਾਂਦੇ ਨੇ। ਜਿਵੇਂ ਪਤੀ ਵਰਤਾ ਇਸਤਰੀ ਆਪਣੇ ਪਤੀ ਪਾਸ ਹਮੇਸ਼ਾ ਸੋਭਾ ਪਾਉਂਦੀ ਹੈ, ਸੋਭਾਵੰਤੀ ਹੁੰਦੀ ਹੈ, ਮਹਾਰਾਜ ਕਹਿੰਦੇ ਮੰਘਰ ਮਾਹੇ ਸੁਹੰਦੀਆਂ। ਜੀਵਨ ਰੂਪੀ ਜਿਹੜਾ ਮੱਘਰ ਦਾ ਮਹੀਨਾ ਹੈ, ਇਸ ਜੀਵਨ ਉੱਪਰ ਉਹ ਮਹਾਨ ਆਤਮਾਵਾਂ, ਉਹ ਜੀਵ ਆਤਮਾਵਾਂ ਰੂਪੀ ਸਖੀਆਂ ਸਦਾ ਸੋਭਾ ਪਾਉਂਦੀਆਂ ਨੇ, ਸਦਾ ਸੁਹਾਵਣੀਆਂ ਹਨ, ਜੋ ਕਿ ਹਰ ਪੇਰ ਸੰਗ ਬੈਠੜੀਆ। ਹਰੀ ਪਰਮਾਤਮਾ ਜੋ ਪੇਰ ਪਤੀ ਰੂਪ ਅਕਾਲ ਪੁਰਖ ਵਾਹਿਗੁਰੂ ਹੈ, ਜੋ ਉਸ ਪਰਮਾਤਮਾ ਦੇ ਨਾਲ ਰਲ ਕੇ ਬੈਠੀਆਂ ਹੋਈਆਂ ਨੇ, ਬੈਠੀਆਂ ਭਾਵ ਇਸਤਤ ਹੋਈਆਂ ਨੇ, ਜਿਨ੍ਹਾਂ ਦੀ ਬਿਰਤੀ ਵਾਹਿਗੁਰੂ ਦੇ ਸਿਮਰਨ ਵਿੱਚ ਟਿਕੀ ਹੋਈ ਹੈ, ਜਿਨ੍ਹਾਂ ਦਾ ਮਨ ਡੋਲਨ ਤੇ ਚੂਕਾ ਠਹਿਰਾਇਆ, ਸਤ ਮਾਹੇ ਲੈ ਸਤ ਸਮਾਇਆ। ਤਰ੍ਹਾਂ ਤਰ੍ਹਾਂ ਦੇ ਖਿਆਲਾਂ ਵਿੱਚ ਪ੍ਰਮਾਣ ਵਿਪਰਜੈ ਨਿੰਦਰਾ ਇਤਿਆਦਿਕ ਬਿਰਤੀਆਂ ਤੋਂ ਪਾਸੇ ਹੋ ਕੇ ਗੁਰ ਸ਼ਬਦ ਵਿੱਚ ਜਿਨ੍ਹਾਂ ਦਾ ਮਨ ਟਿਕਿਆ ਹੋਇਆ ਹੈ, ਜਿਨ੍ਹਾਂ ਦੀ ਬਿਰਤੀ ਵਿੱਚ ਟਿਕਾਓ ਆ ਕੇ ਵਾਹਿਗੁਰੂ ਦੇ ਸਿਮਰਨ ਦਾ ਪ੍ਰਭਾਵ ਪਿਆ ਚੱਲਦਾ ਹੈ, ਇਉਂ ਜਿਹੜੀਆਂ ਵਾਹਿਗੁਰੂ ਦੇ ਸਿਮਰਨ ਵਿੱਚ ਸਥਿਤ ਹੋਈਆਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦੀਆਂ ਤਿਸ ਦੇ ਸਿਮਰਨ ਵਿੱਚ ਟਿਕੀਆਂ ਹਨ, ਉਹ ਜੀਵ ਆਤਮਾਵਾਂ ਸਦਾ ਸੁਭਾਏਮਾਨ ਹਨ। ਤਿਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮਿਲੜਿਆ। ਐਸੀਆਂ ਜੋ ਵਡਭਾਗੀ ਜੀਵ ਰੂਪੀ ਸਖੀਆਂ ਹਨ, ਤਿਨ ਕੀ ਸੋਭਾ ਕਿਆ ਗਣੀ। ਉਹਨਾਂ ਦੀ ਜਿਹੜੀ ਸੋਭਾ ਹੈ, ਉਸ ਸੋਭਾ ਦੀ ਕੀ ਵਿਚਾਰ ਕਰੀਏ, ਕਿੱਥੋਂ ਤੱਕ ਗਿਣਤੀ ਕਰਕੇ ਕਹਿ ਸਕੀਏ। ਸਤਿਗੁਰੂ ਮਹਾਰਾਜ ਦੇ ਪਾਵਨ ਬਚਨ ਨੇ, ਸੰਤਨ ਕੀ ਮਹਿਮਾ ਕਵਨ ਵਖਾਨੋ, ਅਗਾਧ ਬੋਧ ਕਿਸ਼ਮਿਤ ਨਹੀਂ ਜਾਣੋ। ਸ਼ਾਂਤ ਚਿਤ ਆਤਮਾ ਵਾਲੇ ਜੋ ਗੁਰਮੁਖ ਪਿਆਰੇ ਵਾਹਿਗੁਰੂ ਨਾਲ ਇਕਮਿਕ ਹੋਏ ਨੇ, ਉਹਨਾਂ ਦੀ ਮਹਿਮਾ, ਉਹਨਾਂ ਦੀ ਵਡਿਆਈ ਕਿੱਥੋਂ ਤੱਕ ਕਹਿ ਸਕੀਏ। ਕਿਉਂਕਿ ਹਰ ਕਾ ਚਿਹਨ ਸੋਈ ਹਰ ਜਨ ਕਾ, ਹਰ ਆਪੇ ਜਨਮਹਿ ਆਪ ਰਖਾਂਤ। ਜੋ ਚਿਹਨ ਜੋ ਲੱਛਣ ਅਕਾਲ ਪੁਰਖ ਵਾਹਿਗੁਰੂ ਦਾ ਹੈ, ਉਹੀ ਪ੍ਰਮਾਤਮਾ ਦੇ ਪਿਆਰਿਆਂ ਦਾ ਹੈ। ਵਾਹਿਗੁਰੂ ਆਪ ਪ੍ਰਤੱਖ ਤੌਰ ਤੇ ਆਪਣਾ ਆਪਾ ਆਪਣੇ ਪਿਆਰਿਆਂ ਵਿੱਚ ਰੱਖਦਾ ਹੈ। ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ। ਤੇ ਜਦੋਂ ਵਾਹਿਗੁਰੂ ਦਾ ਕੋਈ ਕਿਸੇ ਪ੍ਰਕਾਰ ਗੁਣ ਵਰਣਨ ਨਹੀਂ ਕੀਤਾ ਜਾ ਸਕਦਾ, ਕੋਈ ਅੰਤ ਨਹੀਂ ਪਾਇਆ ਜਾ ਸਕਦਾ,
ਤਾਂ ਉਸ ਵਾਹਿਗੁਰੂ ਵਿੱਚ ਇਕਮਿਕ ਹੋਏ ਗੁਰਮੁਖਾਂ ਪਿਆਰਿਆਂ ਦੀ ਸੋਭਾ ਦਾ ਵੀ ਵਰਣਨ ਕਿੱਥੇ ਕਿਹਾ ਜਾ ਸਕਦਾ ਹੈ। ਉਹਨਾਂ ਦੀ ਸੋਭਾ ਦੀ ਭਾਈ ਕੀ ਗਣਤ ਕਰੀਏ, ਕੀ ਵਿਚਾਰ ਕਰੀਏ। ਜੇ ਸਾਹਿਬ ਮੇਲੜੀਆ, ਜਿਨ੍ਹਾਂ ਨੂੰ ਸਾਹਿਬ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਨਾਲ ਮੇਲ ਲਿਆ ਹੈ, ਜਿਨ੍ਹਾਂ ਨੂੰ ਆਪਣੀ ਅਭੇਦਤਾ ਦਾ ਆਨੰਦ ਬਖਸ਼ਿਸ਼ ਕਰ ਦਿੱਤਾ ਹੈ, ਜਿਨ੍ਹਾਂ ਨੂੰ ਆਪਣੇ ਨਾਲ ਇੱਕ ਮਿਕ ਕਰ ਲਿਆ ਹੈ, ਉਹਨਾਂ ਦੀ ਉਸਤਤ, ਉਹਨਾਂ ਦੀ ਸੋਭਾ ਵੀ ਕਹਿਣ ਕਥਨ ਤੋਂ ਪਰੇ ਹੈ, ਲਫ਼ਜ਼ਾਂ ਦੇ ਵਿੱਚ ਵਰਣਨ ਨਹੀਂ ਕੀਤੀ ਜਾ ਸਕਦੀ। ਤਨ ਮਨ ਮੋਲਿਆ RAM ਸਿਓ, ਸੰਗ ਸਾਧ ਸਹੇਲੜੀਆ। ਉਹਨਾਂ ਗੁਰਮੁਖਾਂ ਪਿਆਰਿਆਂ ਦਾ ਤਨ ਵੀ ਔਰ ਮਨ ਵੀ ਮੌਲਿਆ ਖੇੜੇ ਵਿੱਚ ਆਇਆ ਹੈ। RAM ਸਿਓ ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲੱਗ ਕੇ। ਸੰਗ ਸਾਧ ਸਹੇਲੜੀਆ, ਸਾਧੂ ਰੂਪ ਜੋ ਸਹੇਲੀਆਂ ਹਨ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ, ਉਹਨਾਂ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕੇ ਗੁਰਮੁਖਾਂ ਪਿਆਰਿਆਂ ਦਾ ਮਨ ਸਰਬ ਵਿਆਪਕ ਵਾਹਿਗੁਰੂ ਦੇ ਸਿਮਰਨ ਵਿੱਚ ਮਿਲ ਗਿਆ ਹੈ ਤੇ ਉਸ ਸਿਮਰਤ ਵਿੱਚ ਮਿਲ ਕੇ ਮੌਲਿਆ ਪ੍ਰਫੁੱਲਤ ਹੋਇਆ ਹੈ, ਖਿੜ ਗਿਆ ਹੈ। ਹਰ ਉੱਤਮ ਹਰ ਪ੍ਰਭ ਗਾਵਿਆ, ਕਰਨਾਦ ਬਿਲਾਵਲ ਰਾਗ, ਉਪਦੇਸ਼ ਗੁਰੂ ਸੁਣ ਮੰਨਿਆ, ਧੁਰ ਮਸਤਕ ਪੂਰਾ ਭਾਗ। ਸਭ ਦਿਨ ਸਰੈਨ ਗੁਣ ਉਚਰੈ, ਹਰ 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 ਉਰ ਲਿਵ ਲਾਗ। ਸਭ ਤਨ ਮਨ ਹਰਿਆ ਹੋਇਆ, ਮਨ ਖਿੜਿਆ ਹਰਿਆ ਬਾਗ। ਇਉਂ ਮਨ ਅੰਦਰ ਪ੍ਰਸੰਨਤਾ ਆਈ ਹੈ, ਖੇੜਾ ਆਇਆ ਹੈ, ਸੱਚੇ ਆਨੰਦ ਦੀ ਪ੍ਰਾਪਤੀ ਹੋਈ ਹੈ। ਸਾਧ ਰੂਪ ਸਹੇਲੀਆਂ ਨਾਲ ਮਿਲ ਕੇ ਇਸ ਮਹਾਨ ਉੱਤਮ ਪਦਵੀ ਨੂੰ ਗੁਰਮੁਖਾਂ ਪਿਆਰਿਆਂ ਨੇ ਪ੍ਰਾਪਤ ਕੀਤਾ ਹੈ। ਸਾਧ ਜਨਾ ਤੇ ਬਾਹਰੀ, ਸੇ ਰਹਿਨ ਕੇ ਲੜੀਆ। ਐਸੇ ਸਾਧੂ ਜਨ ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਗੁਰੂ ਮੁਖ ਤੋਂ ਮਿਲੇ ਹੋਏ ਉਪਦੇਸ਼ ਦੀ ਕਮਾਈ ਕਰਦਿਆਂ ਅਸਾਧ ਮਨ ਨੂੰ, ਅਸਾਧ ਵਿਸ਼ਿਆਂ ਨੂੰ, ਅਸਾਧ ਔਗੁਣਾਂ ਨੂੰ ਸਾਧ ਕੇ ਆਪਣੇ ਵਸ ਵਿੱਚ ਕਰ ਲਿਆ, ਭਾਉ ਭਗਤੀ ਦੀ ਸਾਧਨਾ ਕਮਾਈ ਕੀਤੀ ਹੈ, ਉਹਨਾਂ ਗੁਰਮੁਖਾਂ ਨੂੰ ਸੱਚੇ ਸਾਧੂ ਕਿਹਾ ਜਾਂਦਾ ਹੈ। ਸਾਧ ਜਨਾਂ ਤੇ ਬਾਹਰੀ, ਜਿਹੜੀਆਂ ਜਿੰਦ ਆਤਮਾਵਾਂ ਐਸੇ ਸਾਧੂ ਜਨਾਂ ਤੋਂ ਬਾਹਰੀਆਂ ਹਨ, ਭਾਵ ਜੋ ਸਤ ਸੰਗਤ ਨਹੀਂ ਕਰਦੀਆਂ, ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਨਹੀਂ ਕੀਤੀ, ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਸੇ ਰਹਿਨ ਇਕੇਲੜੀਆ। ਉਹ ਜਿੰਦ ਆਤਮਾਵਾਂ ਇਕੱਲੀਆਂ ਹੀ ਰਹਿ ਜਾਂਦੀਆਂ ਨੇ। ਉਹਨਾਂ ਦਾ ਕੋਈ ਸੰਗੀ ਨਹੀਂ, ਕੋਈ ਸਾਥੀ ਨਹੀਂ, ਕੋਈ ਬੇਲੀ ਨਹੀਂ, ਕੋਈ ਮਦਦਗਾਰ ਨਹੀਂ, ਕੋਈ ਬਾਹ ਪਕੜਨ ਵਾਲਾ ਨਹੀਂ। ਪਤੀ ਪਰਮਾਤਮਾ ਦੀ ਉਹਨਾਂ ਨੂੰ ਪ੍ਰਾਪਤੀ ਨਹੀਂ ਹੁੰਦੀ, ਇਉਂ ਉਹਨਾਂ ਨੂੰ ਇਕੱਲਿਆਂ ਰਹਿਣਾ ਪੈਂਦਾ ਹੈ। ਜੋ ਵਾਹਿਗੁਰੂ ਦੀ ਪ੍ਰਾਪਤੀ ਦੇ ਕੇਲ ਆਨੰਦ ਨੇ, ਉਹਨਾਂ ਆਨੰਦ ਤੋਂ ਵੀ ਉਹ ਜਿਹੜੀਆਂ ਜਿੰਦ ਆਤਮਾਵਾਂ ਹਨ ਵਾਂਝੀਆਂ ਰਹਿ ਜਾਂਦੀਆਂ ਹਨ। ਤਿੰਨ ਦੁਖ ਨਾ ਕਬਹੂ ਉਤਰੈ, ਸੇ ਜਮ ਕੇ ਵਸ ਪੜਿਆ। ਐਸੀਆਂ ਜਿੰਦ ਆਤਮਾਵਾਂ ਜੋ ਗੁਰੂ ਤੋਂ ਬੇਮੁਖ ਹਨ, ਸਤ ਸੰਗਤ ਤੋਂ ਵਾਂਝੀਆਂ ਹਨ, ਤਿੰਨ ਦੁੱਖ ਨਾ ਕਬਹੂ ਉਤਰੈ, ਉਹਨਾਂ ਦੇ ਦੁੱਖ ਕਦੇ ਵੀ ਨਹੀਂ ਉਤਰਦੇ। ਸੰਸਾਰ ਵਿੱਚ ਵੀ ਅਨੇਕ ਪ੍ਰਕਾਰ ਦੇ ਦੁੱਖ ਭੋਗਣੇ ਪੈਂਦੇ ਨੇ। ਚਿੰਤਾ ਰੂਪੀ ਦੁੱਖ ਵਿਆਪੇ ਰਹਿੰਦੇ ਨੇ, ਵਿਸ਼ਿਆਂ ਵਿਕਾਰਾਂ ਰੂਪੀ ਦੁੱਖ ਸੰਤਾਪੇ ਰਹਿੰਦੇ ਨੇ, ਤੇ ਜਨਮ ਮਰਨ ਦੇ ਦੁੱਖਾਂ ਵਿੱਚ ਉਹ ਪਈਆਂ ਰਹਿੰਦੀਆਂ ਨੇ। ਦੁੱਖ ਕੀਆ ਪੰਡਾ ਖੁੱਲਿਆ, ਸੁਖ ਨਾ ਨਿਕਲਿਓ ਕੋਏ, ਦੁੱਖ ਮਹਿ ਜੀਓ ਜਲਾਇਆ, ਦੁਖੀ ਚੱਲਿਆ ਰੋਏ। ਐਸੀ ਹਾਲਤ ਉਹਨਾਂ ਬੇਮੁਖ ਜਿੰਦ ਆਤਮਾਵਾਂ ਦੀ ਹੁੰਦੀ ਹੈ। ਕਦੇ ਵੀ ਦੁੱਖਾਂ ਤੋਂ ਛੁਟਕਾਰਾ ਪ੍ਰਾਪਤ ਨਹੀਂ ਹੁੰਦਾ, ਸਾਰਾ ਜੀਵਨ ਦੁੱਖਾਂ ਵਿੱਚ ਬੀਤਦਾ ਹੈ ਤੇ ਅਗਾਂਹ ਵੀ ਸੇ ਜਮ ਕੈ ਵਸ ਪੜੀਆ। ਉਹ ਬੇਮੁਖ ਜਿੰਦ ਆਤਮਾਵਾਂ ਜਮ ਦੇ ਵਸ, ਧਰਮ ਰਾਜੇ ਦੇ ਵਸ ਵਿੱਚ ਜਾ ਪੈਂਦੀਆਂ ਨੇ। ਜਨਮ ਦੇ ਤੇ ਮਰਨ ਦੇ, ਜਨਮ ਮਰਨ ਦੇ ਵਸ ਵਿੱਚ ਪਈਆਂ ਰਹਿੰਦੀਆਂ, ਵਾਰ-ਵਾਰ ਜੰਮਦੀਆਂ ਮਰਦੀਆਂ ਰਹਿੰਦੀਆਂ ਨੇ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇਹ ਆਵਾ ਗਾਉਣ ਦੇ ਚੱਕਰ ਵਿੱਚ ਪਈਆਂ ਰਹਿੰਦੀਆਂ, ਜਮਾਂ ਦੀਆਂ ਸਜਾਵਾਂ ਝੱਲਦੀਆਂ ਹਨ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆ। ਜਿੰਨਾ ਵਡਭਾਗੀ ਜਿੰਦ ਆਤਮਾਵਾਂ ਨੇ ਸਤ ਸੰਗਤ ਕਰਦਿਆਂ ਹੋਇਆਂ ਤੇ ਸਤ ਸੰਗਤ ਵਿੱਚੋਂ ਮਿਲੇ ਹੋਏ ਗੁਰੂ ਕੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਦਿਆਂ ਹੋਇਆਂ ਰਾਵਿਆ ਪ੍ਰਭ ਆਪਣਾ। ਰਾਵਿਆ ਤੋਂ ਭਾਵ ਉਚਾਰਿਆ, ਜਿਨ੍ਹਾਂ ਨੇ ਸਰਬ ਵਿਆਪਕ ਆਪਣੇ ਪ੍ਰਭੂ ਪਰਮਾਤਮਾ ਨੂੰ ਉਚਾਰਿਆ ਹੈ, ਭਾਵ ਵਾਹਿਗੁਰੂ ਦਾ ਨਾਮ ਜਿਨ੍ਹਾਂ ਨੇ ਜਪਿਆ ਹੈ, ਤੇ ਰਾਵਿਆ ਜਿਨ੍ਹਾਂ ਨੇ ਵਾਹਿਗੁਰੂ ਦੇ ਮਿਲਾਪ ਦਾ ਆਨੰਦ ਮਾਣਿਆ ਹੈ, ਸੇ ਦਿਸਨ ਨਿਤ ਖੜੀਆ। ਉਹ ਵਡਭਾਗੀ ਜਿੰਦ ਰੂਪ ਸਖੀਆਂ ਨਿਤ ਪਰਮਾਤਮਾ ਦੇ ਦਰ ਤੇ ਖੜੀਆਂ ਨਜ਼ਰ ਆਉਂਦੀਆਂ ਨੇ,
ਭਾਵ ਉਹ ਵਾਹਿਗੁਰੂ ਵਿੱਚ ਇੱਕਮਿਕ ਹੋਈਆਂ ਰਹਿੰਦੀਆਂ ਨੇ, ਸਮਾਹਤ ਚਿਤ ਹੋ ਕੇ ਗੁਰੂ ਕੀ ਸੇਵਾ ਦਾ ਆਨੰਦ ਮਾਣਦੀਆਂ ਹਨ। ਰਤਨ ਜਵੇਹਰ ਲਾਲ ਹਰ ਕੰਠ ਤਨਾ ਜੜਿਆ। ਜਿਵੇਂ ਪਤੀ ਵਰਤਾ ਇਸਤਰੀ ਆਪਣੇ ਪਤੀ ਦੀ ਸੇਵਾ ਕਰਕੇ ਪ੍ਰਸੰਨਤਾ ਪ੍ਰਾਪਤ ਕਰਦੀ ਹੈ, ਪਤੀ ਧਨ ਦੌਲਤ ਦੇ ਪੱਖੋਂ ਪਰਪੱਕ ਹੋਵੇ ਤਾਂ ਉਹ ਆਪਣੀ ਉਸ ਪਤੀ ਵਰਤਾ ਪਤਨੀ ਉੱਪਰ ਪ੍ਰਸੰਨਤਾ ਧਾਰਨ ਕਰਦਿਆਂ ਉਹਨੂੰ ਹਰ ਪ੍ਰਕਾਰ ਦੇ ਸੁਖ ਆਰਾਮ ਬਖਸ਼ਿਸ਼ ਕਰਦਾ ਹੈ। ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਵੱਡੇ ਐਸ਼ਵਰਜ ਦਾ ਮਾਲਕ ਹੈ, ਪਰਮ ਐਸ਼ਵਰਜ ਵਾਲਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਜਿਨ੍ਹਾਂ ਨੇ ਜਿੰਦ ਆਤਮਾਵਾਂ ਨੇ ਕੀਤੀ ਹੈ, ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ। ਹਰੀ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੇ ਗਲੇ ਮਾਨੋ ਰਤਨ ਜਵੇਹਰ ਲਾਲ ਇਤਿਆਦਿਕ ਇਹ ਜੜਤ ਜੜ ਦਿੱਤੀ ਹੈ, ਭਾਵ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕੀਤੀ ਹੈ। ਵੈਰਾਗ ਰੂਪੀ ਰਤਨ ਹੈ, ਗਿਆਨ ਰੂਪੀ ਜਵਾਹਰਾਤ ਹੈ, ਪ੍ਰੇਮ ਰੂਪੀ ਲਾਲ ਹੈ। ਇਹਨਾਂ ਸ਼ੁਭ ਗੁਣਾਂ ਦੇ ਨਾਲ ਉਹਨਾਂ ਜੀਵ ਸਖੀਆਂ ਨੂੰ ਪਤੀ ਪਰਮਾਤਮਾ ਨੇ ਆਭੂਸ਼ਿਤ ਕੀਤਾ ਹੈ, ਉਹਨਾਂ ਨੂੰ ਇਹ ਸੋਭਾ ਬਖਸ਼ਿਸ਼ ਕੀਤੀ ਹੈ, ਐਸੇ ਸ਼ੁਭ ਗੁਣਾਂ ਦੇ ਨਾਲ ਨਿਹਾਲੋ ਨਿਹਾਲ ਕਰ ਦਿੱਤਾ ਹੈ। ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ। ਹਜ਼ੂਰ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਦਰ ਤੇ ਇਹ ਅਰਦਾਸ ਬੇਨਤੀ ਕਰੀਏ, ਹੇ ਮਹਾਰਾਜ ਮੈਂ ਉਹਨਾਂ ਗੁਰਮੁਖਾਂ ਪਿਆਰਿਆਂ ਦੀ ਚਰਨ ਧੂੜੀ ਚਾਹੁੰਦਾ ਹਾਂ। ਬਾਂਛੈ ਧੂੜ ਤੇਨ, ਉਹਨਾਂ ਦੀ ਚਰਨ ਧੂੜੀ ਚਾਹੁੰਦਾ ਹਾਂ ਜੋ ਵਾਹਿਗੁਰੂ ਦੀ ਸ਼ਰਨ ਵਿੱਚ ਪਰਮਾਤਮਾ ਦੇ ਦਰ ਤੇ ਆ ਕੇ ਪੈ ਗਈਆਂ ਨੇ, ਮਹਾਤਮਾ ਰੂਪੀ ਸਖੀਆਂ, ਜਿਨ੍ਹਾਂ ਨੇ ਪਰਮਾਤਮਾ ਦਾ ਓਟ ਆਸਰਾ ਲਿਆ, ਬੰਦਗੀ ਕੀਤੀ, ਉੱਚ ਅਵਸਥਾ ਦੀ ਪ੍ਰਾਪਤੀ ਕੀਤੀ ਹੈ। ਮੈਂ ਨਿਤਾ ਪ੍ਰਤੀ ਉਹਨਾਂ ਦੀ ਚਰਨ ਧੂੜ ਚਾਹੁੰਦਾ ਹਾਂ। ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜਿਆ। ਜੀਵਨ ਰੂਪੀ ਇਸ ਮਗਰ ਮਹੀਨੇ ਵਿੱਚ ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੀ ਆਰਾਧਨਾ ਕੀਤੀ ਹੈ, ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਧਿਆਇਆ ਹੈ, ਪਰਮਾਤਮਾ ਦਾ ਸਿਮਰਨ ਕੀਤਾ ਹੈ, ਬਹੁੜ ਨਾ ਜਨਮੜਿਆ। ਉਹ ਵਡਭਾਗੀ ਜਿੰਦ ਆਤਮਾਵਾਂ ਫਿਰ ਦੁਬਾਰਾ ਜਨਮ ਮਰਨ ਦੇ ਗੇੜੇ ਵਿੱਚ ਨਹੀਂ ਪੈਂਦੀਆਂ। ਉਦਕ ਸਮੁੰਦ ਸਦਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ, ਸੁਨਹਿ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵਹਿਗੇ। ਬਹੁਰ ਹਮ ਕਾਹੇ ਆਵਹਿਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵਹਿਗੇ। ਐਸੀ ਕਿਰਪਾ ਉਹਨਾਂ ਤੇ ਹੋ ਜਾਂਦੀ ਹੈ, ਜਨਮ ਮਰਨ ਦਾ ਗੇੜਾ ਮਿਟ ਜਾਂਦਾ ਹੈ। ਇਹ ਪਾਵਨ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ। ਹਜ਼ੂਰ ਕਿਰਪਾ ਕਰਨ ਸਾਡੀ ਗੁਰ ਚਰਨਾਂ ਤੇ ਸ਼ਰਧਾ ਬਣੇ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਨਾਮ ਬਾਣੀ ਨਾਲ ਪਿਆਰ ਜੁੜੇ ਤੇ ਅਸੀਂ ਇਸ ਅਵਸਥਾ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਕਰ ਸਕੀਏ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। 2 ਦਿਨ ਦਾ ਸਮਾਂ ਸਤਿਗੁਰਾਂ ਦੀ ਕਿਰਪਾ ਨਾਲ ਇਸ ਅਸਥਾਨ ਤੇ ਸੰਗਤਾਂ ਦੀ ਸੇਵਾ ਕਰਨ ਦਾ ਪ੍ਰਾਪਤ ਹੋਇਆ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਜੀ ਦਾ, ਸਮੁੱਚੀਆਂ ਸੰਗਤਾਂ ਦਾ, ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਮੁਖੀ ਦਮਦਮੀ ਟਕਸਾਲ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰਾਨਾ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ। ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ